ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਪੰਥ ਨੂੰ ਪੁੱਛ ਹੀ ਨਹੀਂ ਰਿਹਾ। ਉਹ ਜਰਦੇ ਹੀ ਨਹੀਂ ਜੀ ਕਿਸੇ ਟਕਸਾਲੀ ਪਰਿਵਾਰ ਨੂੰ। ਇਹ ਤਾਂ ਸਾਰਾ ਕੁਛ ਇਸ ਆਪਦੇ ਹੀ ਬਣਾ ਕੇ ਰੱਖਣਾ ਚਾਹੁੰਦੇ ਨੇ ਤੇ ਉਹ ਅਸੀਂ ਹੋਣ ਨਹੀਂ ਦੇਵਾਂਗੇ। ਪਰ ਪੰਥਕ ਏਜੰਡਿਆਂ ਦੀ ਥਾਂ ਤੇ ਉਹ ਆਪਦੀਆਂ ਵਜ਼ੀਰੀਆਂ ਨੂੰ ਲੈ ਕੇ ਬਹਿ ਜਾਂਦੇ ਆ ਜੀ। ਤਾਂ ਪਾਵਰ ਚਾਹੀਦੀ ਹੈ ਜੀ, ਤਾਕਤ ਚਾਹੀਦਾ, ਪੈਸਾ ਚਾਹੀਦਾ। ਤੇ ਇਹ ਟੌੜਾ ਜਿਹੜੀ ਸੋਚ ਹੈ ਜੀ, ਉਹਦੇ ਬਿਲਕੁਲ ਇਹ ਤਿੰਨੇ ਚੀਜ਼ਾਂ ਖਿਲਾਫ ਨੇ। ਇਤਰਾਜ਼ ਨਹੀਂ ਜਤਾਇਆ ਤੁਹਾਡੇ ਫਾਦਰ ਸਾਹਿਬ ਹਰਮੇਲ ਸਿੰਘ ਟੌੜਾ ਮੰਤਰੀ ਰਹਿ ਚੁੱਕੇ ਅਕਾਲੀ ਦਲ 'ਚ, ਉਹਨਾਂ ਨੇ ਨਹੀਂ ਕਦੇ ਇਤਰਾਜ਼ ਜਤਾਇਆ ਇਸ ਗੱਲ ਤੇ, ਜਾਂ ਉਹਨਾਂ ਦੀ ਸਹਿਮਤੀ ਸੀਗੀ ਭਾਜਪਾ ਜਾਣ ਵਾਸਤੇ? ਤੁਹਾਡੀ ਜਦੋਂ ਭਾਜਪਾ ਨਾਲ ਗੱਲਬਾਤ ਹੋਈ ਹੈ, ਕੀ ਗੱਲਬਾਤ ਹੋਈ ਹੈ, ਕੀ ਗੱਲਾਂ ਤੁਸੀਂ ਉਹਨਾਂ ਨਾਲ ਡਿਸਕਸ ਕੀਤੀਆਂ, ਜਾਂ ਕੋਈ ਕੰਡੀਸ਼ਨਾਂ ਉਹਨਾਂ ਨੇ ਲਾਈਆਂ ਤੁਹਾਡੇ ਦੇ? ਕਿ ਤੁਸੀਂ ਸਿੱਖਾਂ ਦੇ ਪ੍ਰਤੀ ਤੁਸੀਂ ਕਿੱਦਾਂ ਕੰਮ ਕਰੋਗੇ, ਸਿੱਖੀ ਨੂੰ ਅੱਗੇ ਲਿਜਾਣ ਲਈ ਕੀ ਕੰਮ ਕਰੋਗੇ। ਇਸ ਗੱਲ ਤੇ ਮੈਨੂੰ ਇੰਨੀ ਹੈਰਾਨੀ ਹੋਈ ਕਿ ਇਹ ਸਵਾਲ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਹੀਂ ਕਦੇ ਕਿਸੇ ਨੂੰ ਪੁੱਛਿਆ ਹੋਣਾ ਕਿ ਤੁਸੀਂ ਸਿੱਖੀ ਲਈ ਕੀ ਕਰੋਗੇ। ਸੁਖਬੀਰ ਬਾਦਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸੁਖਬੀਰ ਬਾਦਲ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ? ਜਦੋਂ ਆਪਦੇ ਫਾਦਰ ਦੇ ਹੁੰਦੇ ਉਹ ਸੀਐਮ ਨਹੀਂ ਬਣ ਸਕੇ, ਉਹ ਕਦੇ ਸਾਰੀ ਉਮਰ ਸੀਐਮ ਨਹੀਂ ਬਣ ਸਕਦੇ। ਉਹਨਾਂ ਦੀ ਸੋਚ ਹੀ ਹੈ ਨਹੀਂ। ਇਹ ਗੱਲ ਰਹੀ ਚੁਣਾਵ ਲੜੋਗੇ, ਟਿਕਟ ਕਿੱਥੋਂ ਲੈ ਰਹੇ ਹੋ ਜਾਂ ਕਿੱਥੋਂ ਲੜਨ ਦਾ ਮਨ ਹੈਗਾ? ਪਰਿਵਾਰ ਵਾਲਿਆਂ ਨੇ ਮਹਿਸੂਸ ਨਹੀਂ, ਟੌੜਾ ਸਾਹਿਬ ਦਾ ਜ਼ਿਕਰ ਬਹੁਤ ਘੱਟ ਕੀਤਾ ਜਾਂਦਾ ਸੀ ਅਕਾਲੀ ਪੋਲੀਟਿਕਸ 'ਚ ਵੀ ਜਾਂ ਪੰਥ ਦੀ ਪੋਲੀਟਿਕਸ 'ਚ ਵੀ, ਇੱਕ ਤਰ੍ਹਾਂ ਤੋਂ ਨਾਮ ਨਹੀਂ ਲਿਆ ਜਾਂਦਾ। ਕੀ ਕਾਰਨ ਲੱਗਦਾ ਤੁਹਾਨੂੰ ਇਹ ਸਾਰੀ ਗੱਲਾਂ ਦਾ? ਉਹਦਾ ਕਾਰਨ ਇਹੀ ਹੈ ਜੀ, ਕਿਤੇ ਨਾ ਕਿਤੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਬਾਦਲ ਇਸ ਨਾਂ ਤੋਂ ਡਰਦਾ ਹੈ। ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਟੌੜਾ ਸਾਹਿਬ ਨਾਲ ਕੋਈ ਵੀ ਡਿਸੀਜਨ ਲੈਣਾ ਤਾਂ ਉਹ ਹਮੇਸ਼ਾ ਉਹਨਾਂ ਨਾਲ ਡਿਸਕਸ ਕਰਕੇ ਲੈਂਦੇ ਸੀ। ਤੇ ਹੁਣ ਇਹਨਾਂ ਦੇ ਉੱਤੇ ਸੱਤਾ ਇੰਨੀ ਹਾਵੀ ਹੋਈ ਹੈ, ਇਹ ਚਾਹੁੰਦੇ ਆ ਕਿ ਅਸੀਂ ਸਾਰਾ ਕੁਝ ਅਸੀਂ ਕਰੀਏ, SGPC ਵੀ ਅਸੀਂ ਸਾਂਭੀਏ, ਪੰਥ ਵੀ ਅਸੀਂ ਸਾਂਭੀਏ, ਅਕਾਲੀ ਦਲ ਵੀ ਅਸੀਂ ਸਾਂਭੀਏ। ਇਹ ਤਾਂ ਉਸ ਸੋਚ, ਉਸ ਵਿਚਾਰਧਾਰਾ ਨੂੰ ਹੀ ਖਤਮ ਕਰਨਾ ਤਾਂ ਚਾਹੁੰਦੇ ਆ ਜਿਹੜਾ ਪੰਥ ਦੀ ਗੱਲ ਕਰਦਾ। ਦਿਨ ਵੀ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਜਾ ਕੇ ਅਰੁਣ ਜੇਟਲੀ ਜੀ ਉੱਥੇ ਕਨਵੈਸਿੰਗ ਨਹੀਂ ਕੀਤੀ ਜੀ। ਉਹਦੇ ਬਾਅਦ ਉਹ ਹਾਰੇ ਜੀ। ਇਹ ਉੱਥੇ ਜਿੱਤਦੇ ਰਹੇ ਤੇ ਅਰੁਣ ਜੇਟਲੀ ਜੀ ਉੱਥੇ ਹਾਰੇ। ਕੀ ਗੱਲ, ਤੁਸੀਂ ਜਿਹੜੇ ਬੰਦੇ ਨੇ ਤੁਹਾਨੂੰ ਸਿਆਸਤ ਦੇ ਵਿੱਚ ਲਿਆਇਆ, ਤੁਸੀਂ ਇੱਕ ਦਿਨ ਵੀ ਉਹਦੇ ਲਈ ਕਨਵੈਸਿੰਗ ਨਹੀਂ ਕਰ ਸਕਦੇ ਸੀ? ਤੁਹਾਡੀ ਈਗੋ ਏਡੀ ਵੱਡੀ ਹੋ ਜਾਂਦੀ ਆ ਪਾਰਟੀ ਦੇ ਮੂਹਰੇ, ਆਪਦੇ ਗੁਰੂ ਦੇ ਮੂਹਰੇ, ਕਿ ਤੁਸੀਂ ਉਹਨਾਂ ਦੇ ਜਾ ਕੇ ਉੱਥੇ ਕਨਵੈਸਿੰਗ ਨਾ ਕਰੋ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਸ਼ੁਭਕਰਮਨ ਧਾਲੀਵਾਲ। ਮੈਂ ਉਸ ਘਰ ਦੀਆਂ ਪੌੜੀਆਂ ਖੜਾ ਜਿਸ ਦਾ ਨਾਤਾ ਪੰਜਾਬ ਦੀ ਪੰਥ ਦੀ ਸਿਰਮੌਰ ਸ਼ਖਸੀਅਤ ਜਥੇਦਾਰ ਗੁਰਚਰਨ ਸਿੰਘ ਟੌੜਾ ਨਾਲ ਹੈ। ਟੌੜਾ ਸਾਹਿਬ 27 ਸਾਲ SGPC ਦੇ ਪ੍ਰਧਾਨ ਰਹੇ ਤੇ ਬਹੁਤ ਲੰਬਾ ਚਿਰ ਅਕਾਲੀ ਪੋਲੀਟਿਕਸ ਛਾਏ ਰਹੇ। ਹੁਣ ਉਹਨਾਂ ਦੇ ਦੋਤੇ ਕਮਰਵੀਰ ਸਿੰਘ ਜਿਹੜੇ ਹੈਗੇ ਆ ਭਾਜਪਾ 'ਚ ਸ਼ਾਮਿਲ ਹੋਏ ਨੇ। ਦੇਖਣਾ ਇਹ ਹੋਵੇਗਾ ਕਿ ਇਹੀ ਪੌੜੀਆਂ, ਸਿਆਸਤ ਦੀਆਂ ਪੌੜੀਆਂ ਚੜ੍ਹ ਕੇ ਕੀ ਕਮਰਵੀਰ ਸਿੰਘ ਵੀ ਪੰਜਾਬ ਦੀ ਸਿਆਸਤ 'ਚ ਸਿਖਰਾਂ ਨੂੰ ਛੂਹਣਗੇ, ਜਾਂ ਕੀ ਅੱਗੇ ਦੀ ਉਹਨਾਂ ਦੀ ਰਣਨੀਤੀ ਕੀ ਹੋਵੇਗੀ। ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ ਕਮਰਵੀਰ ਸਿੰਘ ਟੌੜਾ ਜੀ ਨਾਲ। ਬਹੁਤ ਬਹੁਤ ਸਵਾਗਤ ਹੈ ਬਾਈ ਜੀ ਪ੍ਰੋ ਪੰਜਾਬ ਟੀਵੀ ਤੇ। ਥੈਂਕ ਯੂ ਬਾਈ ਜੀ। ਪਹਿਲਾਂ ਤਾਂ ਸ਼ੁਭਕਰਮਨ ਜੀ, ਮੈਂ ਤੁਹਾਨੂੰ ਤੇ ਤੁਹਾਡੇ ਵੀਅਰਸ ਨੂੰ ਮੈਂ ਮਾਘੀ ਦੀਆਂ ਤੇ ਮਕਰ ਸੰਕ੍ਰਾਂਤੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਜੀ ਆਇਆਂ ਨੂੰ ਜੀ। ਤੁਸੀਂ ਸਾਡੇ ਜੱਦੀ ਘਰ ਆਏ ਹੋ, ਜਿੱਥੇ ਟੌੜਾ ਸਾਹਿਬ ਨੇ ਸਾਰੀ ਉਮਰ ਰਹਿ ਕੇ ਪੰਥ ਦੀ ਸੇਵਾ ਕੀਤੀ ਤੇ ਆਪਣੇ ਹੱਥਾਂ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ। ਤੇ ਕਮਰਵੀਰ ਜੀ, ਸਭ ਤੋਂ ਪਹਿਲਾ ਸਵਾਲ ਇਹੀ ਹੈ ਲੋਕਾਂ ਦੇ ਮਨਾਂ 'ਚ, ਸਾਰਿਆਂ ਦੇ ਮਨਾਂ 'ਚ, ਭਾਜਪਾ ਕਿਉਂ? ਭਾਜਪਾ 'ਚ ਜਾਣਾ ਕਿਵੇਂ? ਭਾਜਪਾ ਸ਼ਾਮਿਲ ਹੋਣ ਦਾ ਸਬੱਬ ਕਿਵੇਂ ਬਣਿਆ? ਕਿਉਂ ਤੁਸੀਂ ਭਾਜਪਾ ਨੂੰ ਚੁਣਿਆ? ਕਈ ਸਾਲਾਂ ਤੋਂ ਜੀ ਮੇਰੇ ਇੱਕ ਬਹੁਤ ਪੁਰਾਣੇ ਮਿੱਤਰ ਨੇ, ਉਹ ਸਵੈਮ ਸੇਵਕ ਨੇ ਤੇ ਉਹਨਾਂ ਦਾ ਨਾਮ ਵਿਨੋਦ ਅਗਰਵਾਲ ਹੈ ਜੀ। ਉਹਨਾਂ ਨਾਲ ਸ਼ੁਰੂ 'ਚ ਮੇਰੀ ਬਹਿਸ ਹੋਣੀ ਕਿ RSS ਇੱਦਾਂ, BJP ਇੱਦਾਂ, ਤੇ ਉਹ ਮੈਨੂੰ ਕਹਿੰਦੇ ਸੀ ਨਹੀਂ ਇਹ ਬਹੁਤ ਸਿੱਖਾਂ ਪ੍ਰਤੀ ਬਹੁਤ ਹਿਤੈਸ਼ੀ ਨੇ, ਇਹ ਸਿੱਖਾਂ ਦਾ ਬਹੁਤ ਕੰਮ ਕਰਦੇ ਨੇ, ਸਿੱਖਾਂ ਨਾਲ ਬੜਾ ਪਿਆਰ ਹੈ। ਤੇ ਵਾਕਈ ਉਹੀ ਗੱਲ ਹੋਈ ਜਦੋਂ 2014 ਦੇ ਵਿੱਚ ਨਰਿੰਦਰ ਮੋਦੀ ਜੀ ਦੀ ਸਰਕਾਰ ਬਣੀ ਜੀ।
ਤੇ ਉਹਨਾਂ ਨੇ ਜਿਵੇਂ ਜਿਵੇਂ ਕੰਮ ਕਰਨਾ ਸ਼ੁਰੂ ਕੀਤਾ ਜੀ, ਤੁਸੀਂ ਦੇਖੋ ਕਿ ਸਿੱਖ ਪੰਥ ਦੀ ਸਭ ਤੋਂ ਵੱਡੀ ਜਿਹੜੀ ਮੰਗ ਸੀਗੀ ਜੀ, ਉਹ ਕਿ ਸਾਨੂੰ 84 ਨਸਲਕੁਸ਼ੀ ਦਾ ਜਿਹੜਾ ਇਨਸਾਫ ਮਿਲੇ। 30 ਸਾਲ ਤੋਂ ਉੱਤੇ ਹੋ ਗਿਆ ਜੀ ਸਾਨੂੰ ਸੈਂਟਰ ਗਵਰਨਮੈਂਟ ਦੇ ਵਿੱਚ ਕਾਂਗਰਸ ਗਵਰਨਮੈਂਟ ਰਹੀ, ਉਹਨਾਂ ਨੇ ਕਦੇ ਇਸ ਗੱਲ ਦੇ ਉੱਤੇ ਕੁਝ ਵੀ ਨਹੀਂ ਕੀਤਾ। ਸਿੱਟਾਂ ਬਣਦੀਆਂ ਰਹੀਆਂ ਪਰ ਉਹਦਾ ਕੋਈ ਜਵਾਬ ਨਹੀਂ ਆਇਆ। ਤੇ ਤੁਸੀਂ ਇਹ ਦੇਖੋ ਕਿ ਜਦੋਂ ਨਰਿੰਦਰ ਮੋਦੀ ਜੀ ਦੀ ਸਰਕਾਰ ਬਣੀ, ਉਹਨਾਂ ਨੇ ਆਉਂਦੇ ਸਾਰ 2016 ਦੇ ਵਿੱਚ ਕਮਿਸ਼ਨ ਬਿਠਾਇਆ। ਕਮਿਸ਼ਨ ਬਿਠਾ ਕੇ 2018 ਦੇ ਵਿੱਚ ਉਹਦਾ ਰਿਜ਼ਲਟ ਆਇਆ ਤੇ ਸੱਜਣ ਕੁਮਾਰ ਨੂੰ ਅੰਦਰ ਕੀਤਾ। ਤੇ ਸਭ ਤੋਂ ਵੱਡੀ ਗੱਲ ਤਾਂ ਸਾਡੇ ਸਿੱਖਾਂ ਲਈ ਇਹੀ ਹੈ ਜੀ ਕਿ ਉਹਨਾਂ ਨੇ ਸਾਨੂੰ 84 ਨਸਲਕੁਸ਼ੀ ਦਾ ਇਨਸਾਫ ਦਿਵਾਇਆ। ਤੇ ਉਹ ਤੋਂ ਬਾਅਦ ਹੌਲੀ ਹੌਲੀ ਤੁਸੀਂ ਇਹ ਦੇਖੋ, ਅਸੀਂ ਆਪਣੇ ਅਰਦਾਸ ਕਰਦੇ ਹਾਂ ਆਪਣੇ ਵਾਹਿਗੁਰੂ ਅੱਗੇ ਕਿ ਜਿੰਨੇ ਵੀ ਗੁਰੂ ਧਾਮ ਸਾਡੇ ਤੋਂ ਵਿਛੜੇ ਨੇ, ਅਸੀਂ ਉਹਨਾਂ ਦਾ ਦਰਸ਼ਨ ਦੀਦਾਰ ਪਾ ਸਕੀਏ। ਤੇ ਮੋਦੀ ਜੀ ਦੇ ਹੋਣ ਕਰਕੇ ਜੀ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀਆਂ। ਅੱਜ ਉੱਥੇ ਕੋਰੀਡੋਰ ਬਣ ਗਿਆ ਜੀ, ਅਸੀਂ ਅੱਜ ਉੱਥੇ ਜਾਂਦੇ ਹਾਂ ਜੀ, ਜਿੱਥੇ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ, ਉਹ ਇਹਨਾਂ ਦੇ ਡਿਸੀਜਨ ਕਰਕੇ ਹੋਇਆ ਜੀ। ਉਹ ਤੋਂ ਬਾਅਦ ਆ ਹੁਣ ਰੀਸੈਂਟਲੀ ਜਿਹੜਾ ਉਹਨਾਂ ਨੇ ਦੇਖੋ ਤੁਸੀਂ ਆਪਣੇ ਸਾਹਿਬਜ਼ਾਦਿਆਂ ਦਾ ਵੀਰ ਬਾਲ ਦਿਵਸ ਮਨਾਇਆ, ਉਹ ਕੀਤਾ ਜੀ ਉਹਨਾਂ ਨੇ। ਕਿੰਨਾ ਕੁਛ ਹੈ ਜੀ, ਉਹ ਬਿਲਕੁਲ ਇਹ ਸਿੱਖਾਂ ਦੇ ਹੱਕਾਂ ਦੀਆਂ ਗੱਲਾਂ ਨੇ ਜੀ, ਇਹ ਕਿਸੇ ਵੀ ਸੈਂਟਰ ਗਵਰਨਮੈਂਟ ਨੇ ਅੱਜ ਤੱਕ ਕਰੀ ਨਹੀਂ। ਪਰ ਕਿਸਾਨੀ ਬਿੱਲਾਂ ਨੂੰ ਲੈ ਕੇ ਲੋਕਾਂ ਦੇ, ਖਾਸ ਕਰਕੇ ਪੰਜਾਬ ਦੇ ਮਨਾਂ 'ਚ ਜਾਂ ਸਿੱਖਾਂ 'ਚ ਖਟਾਸ ਸੀਗੀ ਵੀ ਇਹਨਾਂ ਨੇ ਖੇਤੀ ਕਾਨੂੰਨ ਬਣਾਏ, ਫਿਰ ਸਾਲ ਸੰਘਰਸ਼ ਚੱਲਦਾ ਹੈ, ਉਹ ਵਾਪਸ ਨਹੀਂ ਲਏ। ਜਦੋਂ ਕਿਹਾ ਜਾਂਦਾ ਹੁਣ ਪੰਜਾਬ 'ਚ ਇਹ ਸੈਂਟੀਮੈਂਟ ਚੱਲ ਰਿਹਾ ਵੀ ਚੋਣਾਂ ਨੇੜੇ ਆ ਗਈਆਂ ਸੀ, ਇਸ ਕਰਕੇ ਵਾਪਸ ਲੈ ਲਏ ਗਏ, ਪਰ ਹਜੇ ਵੀ ਮਨਾਂ 'ਚ ਖਟਾਸ ਹੈ। ਤਾਂ ਇਹ ਸਾਰੀ ਚੀਜ਼ਾਂ ਤੁਸੀਂ ਨਹੀਂ ਦੇਖੀਆਂ? ਨਹੀਂ, ਮੈਂ ਦੇਖੀਆਂ ਜੀ। ਮੈਂ ਖੁਦ ਜਿਸ ਪਰਿਵਾਰ ਨੂੰ ਬਿਲੋਂਗ ਕਰਦਾ, ਟੌੜਾ ਸਾਹਿਬ ਆਪਣੇ ਹੱਥੀਂ ਖੇਤੀ ਕਰਦੇ ਰਹੇ ਨੇ ਜੀ, ਤੇ ਮੇਰੇ ਮਦਰ ਫਾਦਰ ਨੇ ਉਹ ਤੋਂ ਬਾਅਦ ਉਹ ਕੀਤਾ ਸਾਂਭਿਆ। ਤੇ ਮੈਂ ਵੀ ਪੜ੍ਹ ਲਿਖ ਕੇ ਕੰਪਿਊਟਰ ਇੰਜੀਨੀਅਰਿੰਗ ਕਰਕੇ MBA ਕਰਕੇ ਮੈਂ ਖੁਦ ਖੇਤੀ ਕਰ ਰਿਹਾ ਜੀ। ਬਿੱਲ ਆਏ, ਦੇਖੋ ਕੋਈ ਵੀ ਗਵਰਨਮੈਂਟ ਪਹਿਲਾਂ ਤਾਂ ਜੀ ਡਿਸੀਜਨ ਲੈਣੀ ਹੀ ਬਹੁਤ ਵੱਡੀ ਗੱਲ ਹੈ ਕਿ ਆਪਾਂ ਇੰਪਲੀਮੈਂਟ ਕਰਨ ਲੱਗਿਆ। ਉਹਨਾਂ ਨੇ ਇੰਪਲੀਮੈਂਟ ਕੀਤਾ ਤੇ ਉਹ ਚੀਜ਼ਾਂ ਆਪਣੇ ਪੱਖੀ ਸੀਗੀਆਂ ਨਹੀਂ ਸੀਗੀਆਂ, ਉਹਨਾਂ 'ਤੇ ਵਿਚਾਰ ਚਰਚਾਵਾਂ ਹੋਈਆਂ ਤੇ ਉਹ ਤੋਂ ਬਾਅਦ ਹੁਣ ਉਹਨਾਂ ਨੇ ਫੈਸਲਾ ਲਿਆ ਜੀ। ਤੇ ਮੇਰੇ ਖਿਆਲ ਨਾਲ ਤਾਂ ਇਹ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹੈ ਜੀ ਜਿਨ੍ਹਾਂ ਨੇ ਕੋਈ ਫੈਸਲਾ ਲੈ ਕੇ ਤੇ ਉਹਦੇ ਉੱਤੇ ਆਪਦਾ ਡਿਸੀਜਨ ਦਿੱਤਾ ਕਿ ਮੇਰੇ ਤੋਂ ਗਲਤੀ ਹੋਈ। ਸਾਰੇ ਦੇਸ਼ ਵਾਸੀਆਂ ਤੋਂ ਉਹਨਾਂ ਨੇ ਇਹ ਗਲਤੀ ਮੰਨੀ ਕਿ ਇਹ ਗਲਤ ਸੀਗਾ ਤੇ ਮੈਂ ਵਾਪਸ ਲੈਣਾ। ਤੇ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ? ਅੱਜ ਤੱਕ ਆਪਣੇ ਉੱਤੇ ਇੰਨਾ ਕੁਛ ਹੋਇਆ ਜੀ, ਕਾਂਗਰਸ ਦੇ ਪ੍ਰਧਾਨ ਮੰਤਰੀ ਨੇ ਅੱਜ ਤੱਕ ਬਲੂ ਸਟਾਰ ਦੀ ਕਦੇ ਆਪਣੇ ਤੋਂ ਇਹ ਮਾਫੀ ਨਹੀਂ ਮੰਗੀ, ਕਦੇ ਮੱਥਾ ਨਹੀਂ ਟੇਕਣ ਆਏ ਕਿ ਸਾਡੇ ਤੋਂ ਗਲਤੀ ਹੋਈ। ਤੇ ਇੱਕ ਬੰਦਾ ਇੱਥੇ ਕਹਿ ਰਿਹਾ ਜੀ ਕਿ ਇਹ ਬਿਲਕੁਲ ਗਲਤ ਹੋਇਆ, ਮੈਂ ਮਾਫੀ ਮੰਗਦਾ, ਤੇ ਉਹਨਾਂ ਨੇ ਵਾਪਸ ਲਏ। ਤੇ ਕਮਲ ਵੀ ਤੁਹਾਡੇ ਘਰਦਿਆਂ ਨੇ ਇਤਰਾਜ਼ ਨਹੀਂ ਜਤਾਇਆ? ਤੁਹਾਡੇ ਫਾਦਰ ਸਾਹਿਬ ਹਰਮੇਲ ਸਿੰਘ ਟੌੜਾ ਮੰਤਰੀ ਰਹਿ ਚੁੱਕੇ ਅਕਾਲੀ ਦਲ 'ਚ, ਉਹਨਾਂ ਨੇ ਨਹੀਂ ਕਦੇ ਇਤਰਾਜ਼ ਜਤਾਇਆ ਇਸ ਗੱਲ ਤੇ, ਜਾਂ ਉਹਨਾਂ ਦੀ ਸਹਿਮਤੀ ਸੀਗੀ ਭਾਜਪਾ ਜਾਣ ਵਾਸਤੇ? ਨਹੀਂ, ਉਹਨਾਂ ਨੇ ਇਤਰਾਜ਼ ਨਹੀਂ ਜਤਾਇਆ ਜੀ, ਬਿਲਕੁਲ ਨਹੀਂ ਜਤਾਇਆ। ਸਗੋਂ ਮੈਨੂੰ ਹਮੇਸ਼ਾ ਇੱਕੋ ਗੱਲ ਕਹਿੰਦੇ ਰਹੇ ਨੇ ਕਿ ਅਸੀਂ ਤੁਹਾਨੂੰ ਪੜ੍ਹਾਇਆ ਲਿਖਾਇਆ, ਤੁਹਾਨੂੰ ਇੰਡੀਪੈਂਡੈਂਟ ਕੀਤਾ, ਤੁਹਾਡੀ ਸੋਚ ਇੰਡੀਪੈਂਡੈਂਟ ਕੀਤੀ ਹੈ ਕਿ ਤੁਸੀਂ ਆਪਣੇ ਹਿਸਾਬ ਨਾਲ ਚੱਲੋ, ਤੇ ਅਸੀਂ ਚੱਲ ਰਹੇ ਹਾਂ ਜੀ। ਤੇ ਉਹਨਾਂ ਨੂੰ ਇਸ ਗੱਲ ਨਾਲ ਕੋਈ ਪ੍ਰੋਬਲਮ ਨਹੀਂ ਜੀ। ਮਤਲਬ ਕਿ ਪਰਿਵਾਰ ਦੀ ਸਾਰਿਆਂ ਦੀ ਸਹਿਮਤੀ ਸੀਗੀ? ਹਾਂਜੀ ਹਾਂ, ਬਿਲਕੁਲ। ਤੇ ਤੁਹਾਡੀ ਜਦੋਂ ਭਾਜਪਾ ਨਾਲ ਗੱਲਬਾਤ ਹੋਈ ਹੈ, ਕੀ ਗੱਲਬਾਤ ਹੋਈ ਹੈ? ਕੀ ਗੱਲਾਂ ਤੁਸੀਂ ਉਹਨਾਂ ਨਾਲ ਡਿਸਕਸ ਕੀਤੀਆਂ, ਜਾਂ ਕੋਈ ਕੰਡੀਸ਼ਨਾਂ ਉਹਨਾਂ ਨੇ ਲਾਈਆਂ ਤੁਹਾਡੇ ਤੇ, ਤੁਸੀਂ ਰੱਖੀਆਂ ਹੁਣ ਇਹ ਚੀਜ਼ਾਂ ਮੈਂ ਚਾਹੁੰਦਾ ਹੈਗਾ? ਕੀ ਗੱਲਾਂ ਹੋਈਆਂ? ਨਹੀਂ, ਉਹਨਾਂ ਨੇ ਕੋਈ ਕੰਡੀਸ਼ਨ ਨਹੀਂ ਲਾਈ ਜੀ। ਸਾਡੀ ਬੜੀ 1 to 1 ਜਦੋਂ ਵੀ ਹੋਈ ਆ ਬਹਿ ਕੇ, ਬੜੇ ਹੈਲਦੀ ਸਾਡੇ ਵਿਚਾਰਾਂ ਹੋਈਆਂ ਨੇ ਜੀ। ਸਗੋਂ ਉਹਨਾਂ ਨੇ ਤਾਂ ਮੈਨੂੰ ਹਮੇਸ਼ਾ ਇਹ ਪੁੱਛਿਆ ਕਿ ਤੁਸੀਂ ਭਾਜਪਾ 'ਚ ਆਉਣ ਤੋਂ ਬਾਅਦ ਕਿ ਐਡੇ ਵੱਡੇ ਸਿੱਖ ਪਰਿਵਾਰ ਨੂੰ, ਪੰਥ ਪਰਿਵਾਰ ਨੂੰ ਤੁਸੀਂ ਬਿਲੋਂਗ ਕਰਦੇ ਹੋ, ਕਿ ਤੁਸੀਂ ਸਿੱਖਾਂ ਦੇ ਪ੍ਰਤੀ ਤੁਸੀਂ ਕਿੱਦਾਂ ਕੰਮ ਕਰੋਗੇ, ਸਿੱਖੀ ਨੂੰ ਅੱਗੇ ਲਿਜਾਣ ਲਈ ਕੀ ਕੰਮ ਕਰੋਗੇ। ਤੇ ਮੈਂ ਤੁਹਾਨੂੰ ਇਸ ਗੱਲ ਤੇ ਮੈਨੂੰ ਇੰਨੀ ਹੈਰਾਨੀ ਹੋਈ ਕਿ ਇਹ ਸਵਾਲ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਹੀਂ ਕਦੇ ਕਿਸੇ ਨੂੰ ਪੁੱਛਿਆ ਹੋਣਾ ਕਿ ਤੁਸੀਂ ਸਿੱਖੀ ਲਈ ਕੀ ਕਰੋਗੇ। ਤੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਿ ਇਹ ਸਿੱਖੀ ਦੇ ਅਗੇਂਸਟ ਨੇ, ਉਹ ਮੈਨੂੰ ਪੁੱਛਦੇ ਨੇ ਕਿ ਤੁਸੀਂ ਇਹਨੂੰ ਪ੍ਰਫੁੱਲਿਤ ਕਿਵੇਂ ਕਰੋਗੇ। ਸਾਡੀਆਂ ਤਾਂ ਇਹ ਇੰਨੀਆਂ ਹੈਲਦੀ ਗੱਲਾਂ ਹੋਈਆਂ ਨੇ ਜੀ। ਤੇ ਜਿਵੇਂ ਤੁਸੀਂ ਕਿਹਾ ਵੀ ਉਹ ਪੁੱਛਦੇ ਆ ਸਾਨੂੰ ਸਿੱਖੀ ਨੂੰ ਪ੍ਰਫੁੱਲਿਤ ਕਿਵੇਂ ਕਰਨਾ ਹੈਗਾ, ਇਹੋ ਜਿਹੇ ਸਵਾਲ ਪੁੱਛੇ ਆ, ਪਰ ਪੰਥਕ ਮਸਲੇ ਆ ਜਿਹੜੇ, ਜਿਵੇਂ ਤੁਸੀਂ ਲੋਕ ਭਾਵਨਾ ਦੀ ਗੱਲ ਕੀਤੀ, ਜਿਹੜੇ ਸੋਚਦੇ ਆ ਵੀ ਸਿੱਖਾਂ ਦੇ ਖਿਲਾਫ ਹੈ ਭਾਜਪਾ, ਵੀ ਮਾਈਨੋਰਟੀਜ਼ ਦੇ ਖਿਲਾਫ ਹੈ ਜੀ, ਪਰਸੈਪਸ਼ਨ ਬਣੀ ਹੋਈ ਹੈ ਤੇ ਕਈ ਥਾਵਾਂ ਤੇ ਉਦਾਹਰਨਾਂ ਵੀ ਮਿਲੀਆਂ ਨੇ। ਤਾਂ ਉਹਨਾਂ ਦੀ ਕਾਬ ਦੀ ਲਾਈਨ ਹੈ ਹਿੰਦੂਤਵ ਦੀ, ਤਾਂ ਫਿਰ ਉਹ ਜਿਹੜੀ ਪੰਥ ਦੀ ਲਾਈਨ ਹੈ, ਉਹ ਪੰਥ ਦੇ ਮਸਲੇ ਉਹ ਕਿਵੇਂ ਸੁਲਝਾਇਆ ਕਰਨਗੇ, ਉਹਨੂੰ ਕਿਵੇਂ ਟੈਕਲ ਕਰੋ?
ਨਹੀਂ, ਇਹ ਟੌੜਾ ਸਾਹਿਬ ਦੀ ਸੋਚ ਰਹੀ ਹੈ ਜੀ ਹਮੇਸ਼ਾ, ਤੇ ਮੈਂ ਇਸ ਸੋਚ ਦੇ ਉੱਤੇ ਹਮੇਸ਼ਾ ਪਹਿਰਾ ਦੇਵਾਂਗਾ ਜੀ। ਮੈਂ ਜੋ ਵੀ ਸਿੱਖ ਪੰਥ ਦੇ ਜੋ ਵੀ ਮਸਲੇ ਹੋਣਗੇ, ਮੈਂ ਆਪਣੇ ਜਿੰਦ ਜਾਨ ਲਾ ਕੇ ਜੀ ਉਹਨਾਂ ਨਾਲ ਗੱਲ ਕਰੂੰਗਾ, ਮਸਲੇ ਹੱਲ ਕਰਾਉਣ ਦੀ ਗੱਲ ਕਰੂੰਗਾ। ਮੈਂ ਇੱਕ ਬ੍ਰਿਜ ਬਣਨ ਦੀ ਪੂਰੀ ਕੋਸ਼ਿਸ਼ ਕਰੂੰਗਾ, ਤੇ ਜੇ ਮੈਂ ਨਹੀਂ ਬਣੂੰਗਾ ਫਿਰ ਜਿਵੇਂ ਪੰਥ ਮੈਨੂੰ ਹੁਣ ਕਹਿ ਰਿਹਾ ਕਿ ਤੁਸੀਂ ਇਹ ਗਲਤ ਕੀਤਾ ਜੀ, ਉਹਨਾਂ ਦੀ ਸੋਚ ਦੀ, ਮੈਂ ਬਿਲਕੁਲ ਕੋਈ ਗਲਤ ਨਹੀਂ ਕੀਤਾ ਜੀ। ਟੌੜਾ ਸਾਹਿਬ ਦੀ ਹਮੇਸ਼ਾ ਇਹੀ ਸੋਚ ਰਹੀ ਹੈ ਕਿ ਜਿਹੜਾ ਇਨਸਾਨ ਜਿਹੜੇ ਧਰਮ 'ਚ ਜੰਮਿਆ ਉਸ ਧਰਮ ਨੂੰ ਉਹਨੂੰ ਪਰਪੱਖ ਹੋਣਾ ਚਾਹੀਦਾ, ਤੇ ਮੈਂ ਬੀਇੰਗ ਸਿੱਖ ਮੈਂ ਇਸ ਤੇ ਬਿਲਕੁਲ ਖੜੂੰਗਾ ਜੀ। ਮੈਂ ਬਿਲਕੁਲ ਪੰਥ ਦੀ ਸੇਵਾ ਕਰੂੰਗਾ ਜੀ, ਤੇ ਪੰਥ ਦੀ ਗੱਲ ਸੈਂਟਰ ਗਵਰਨਮੈਂਟ ਤੱਕ, ਸਟੇਟ ਦੀ ਬੀਜੇਪੀ ਨਾਲ ਮੈਂ ਹਮੇਸ਼ਾ ਆਪਣੀ ਗੱਲ ਰੱਖੂੰਗਾ ਜੀ ਕਿ ਇਹ ਇੱਦਾਂ ਨਹੀਂ, ਇੱਦਾਂ ਹੋਣਾ ਚਾਹੀਦਾ। ਤੁਸੀਂ ਕਿਹਾ ਤੁਹਾਨੂੰ ਕਿਹਾ ਵੀ ਪੰਥ ਵਾਲਿਆਂ ਨੇ ਵੀ ਗਲਤ ਕੀਤਾ ਹੈਗਾ, ਕਿਹਨੇ ਕਿਹਾ, ਕਿਸੇ ਨੇ ਫੋਨ ਆਏ, ਮੈਸੇਜ ਆਏ, ਕੌਣ ਕਹਿ ਰਿਹਾ ਹੈਗਾ? ਇਹ ਜ਼ਿਆਦਾਤਰ ਵੈਸੇ ਕੁਐਸਚਨ ਤਾਂ ਮੈਨੂੰ ਮੀਡੀਆ ਵੱਲੋਂ ਹੀ ਆ ਰਿਹਾ ਜੀ। ਜਿੰਨੇ ਟੌੜਾ ਸਾਹਿਬ ਦੇ ਬੰਦਿਆਂ ਦੇ ਮੈਨੂੰ ਫੋਨ ਆਏ ਨੇ, ਉਹਨਾਂ ਦੇ ਪ੍ਰਸ਼ੰਸਕਾਂ ਦੇ ਮੈਨੂੰ ਫੋਨ ਆਏ ਨੇ, ਉਹ ਇਹੀ ਆਏ ਨੇ ਕਿ ਤੁਸੀਂ ਬਹੁਤ ਵਧੀਆ ਕਦਮ ਕੀਤਾ, ਬਹੁਤ ਵਧੀਆ ਕਦਮ ਲਿਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਪੰਥ ਨੂੰ ਪੁੱਛ ਹੀ ਨਹੀਂ ਰਿਹਾ। ਜਿੰਨੇ ਟਕਸਾਲੀ ਪਰਿਵਾਰ ਤੁਸੀਂ ਦੇਖੋ, ਕੋਈ ਵੀ ਉਹ ਜਰਦੇ ਹੀ ਨਹੀਂ ਜੀ ਕਿਸੇ ਟਕਸਾਲੀ ਪਰਿਵਾਰ ਨੂੰ, ਕਿਉਂਕਿ ਉਹ ਪੰਥ ਦੀ ਗੱਲ ਕਰਦੇ ਨੇ। ਤਲਵੰਡੀ ਸਾਹਿਬ ਦਾ ਪਰਿਵਾਰ ਉਹ ਨਹੀਂ ਵਿਚ ਰਿਹਾ ਜੀ, ਬਰਨਾਲਾ ਸਾਹਿਬ ਦਾ ਪਰਿਵਾਰ ਉਹਨਾਂ ਨੇ ਅਣਦੇਖਾ ਕਰਤਾ ਜੀ। ਇਹ ਤਾਂ ਸਾਰਾ ਕੁਛ ਇਸ ਆਪਦੇ ਹੀ ਬਣਾ ਕੇ ਰੱਖਣਾ ਚਾਹੁੰਦੇ ਨੇ, ਤੇ ਉਹ ਅਸੀਂ ਹੋਣ ਨਹੀਂ ਦੇਵਾਂਗੇ ਜੀ। ਅਕਾਲੀ ਦਲ ਦਾ ਨਾ ਜਾਣ ਦਾ ਕਾਰਨ ਇਹੀ ਗੱਲ ਰਹੀ ਕਿ ਅਕਾਲੀ ਦਲ ਨੇ ਕਦੇ ਅਪਰੋਚ ਨਹੀਂ ਕੀਤਾ, ਜਾਂ ਤੁਹਾਡਾ ਮਨ ਨਹੀਂ ਆਇਆ ਮੈਂ ਵੀ ਅਕਾਲੀ ਦਲ 'ਚ ਜਾਵਾਂ? ਨਹੀਂ, ਮੈਨੂੰ ਕਦੇ ਐਦਾਂ ਦੀ ਗੱਲ ਨਹੀਂ ਲੱਗੀ ਕਿ ਮੈਂ ਅਕਾਲੀ ਦਲ ਲਈ ਵਰਕ ਕਰਾਂ, ਕਿਉਂਕਿ ਹੁਣ ਟੌੜਾ ਸਾਹਿਬ ਵਰਗੀਆਂ ਸ਼ਖਸੀਅਤਾਂ ਇੱਥੇ ਹੈ ਹੀ ਨਹੀਂ। ਪੰਥ ਦੀ ਤਾਂ ਗੱਲ ਹੀ ਨਹੀਂ ਕੋਈ ਕਰਦਾ ਜੀ। ਟੌੜਾ ਸਾਹਿਬ 50 ਸਾਲ ਤੋਂ ਉੱਤੇ ਅਕਾਲੀ ਦਲ 'ਚ ਰਹੇ ਆ, ਪਾਰਟੀ 'ਚ ਰਿਹਾ, ਅਕਾਲੀ ਪੋਲਿਟਿਕਸ ਛਾਏ ਰਹੇ ਨੇ। ਉਹਨਾਂ ਬਹੁਤ ਵੱਡਾ ਨਾਮ ਹੈ ਪੰਜਾਬ 'ਚ, ਪੰਥ ਦੀ ਹੋਵੇ ਅਕਾਲੀ ਦਲ। ਤਾਂ ਅਕਾਲੀ ਦਲ 'ਚ ਜਾਣ ਦਾ ਇੱਕ ਵਾਰ ਵੀ ਖਿਆਲ ਨਹੀਂ ਆਇਆ? ਤੁਸੀਂ ਸੋਚਿਆ ਹੋਵੇ, ਤੁਹਾਨੂੰ ਅਪਰੋਚ ਕੀਤਾ ਹੋਵੇ ਅਕਾਲੀ ਦਲ? ਨਹੀਂ, ਨਾ ਤਾਂ ਅਕਾਲੀ ਦਲ ਨੇ ਕਦੇ ਅਪਰੋਚ ਕੀਤਾ ਜੀ, ਨਾ ਹੀ ਕਦੇ ਬਾਦਲ ਪਰਿਵਾਰ ਲਈ ਮੈਂ ਕਦੇ ਕੰਮ ਕਰੂੰਗਾ। ਮੈਂ ਅਕਾਲੀ ਦਲ ਲਈ ਕੰਮ ਕਰ ਸਕਦਾ ਸੀ ਜੇ ਕਦੇ ਉਹਨਾਂ ਨੇ ਪੰਥਕ ਏਜੰਡੇ ਰੱਖੇ ਹੁੰਦੇ, ਪਰ ਪੰਥਕ ਏਜੰਡਿਆਂ ਦੀ ਥਾਂ ਤੇ ਉਹ ਆਪਦੀਆਂ ਵਜ਼ੀਰੀਆਂ ਨੂੰ ਲੈ ਕੇ ਬਹਿ ਜਾਂਦੇ ਆ ਜੀ। ਉਹ ਵਜ਼ੀਰੀਆਂ ਦੇ ਮੂਹਰੇ ਫਿਰ ਉਹਨਾਂ ਨੂੰ ਝੁਕਣਾ ਪੈਂਦਾ। ਇਹ ਤਾਂ ਇਹਨਾਂ ਨੂੰ ਤਾਂ ਪਾਵਰ ਚਾਹੀਦੀ ਹੈ ਜੀ, ਤਾਕਤ ਚਾਹੀਦਾ, ਪੈਸਾ ਚਾਹੀਦਾ, ਤੇ ਇਹ ਟੌੜਾ ਜਿਹੜੀ ਸੋਚ ਹੈ ਜੀ, ਉਹਦੇ ਬਿਲਕੁਲ ਇਹ ਤਿੰਨੇ ਚੀਜ਼ਾਂ ਖਿਲਾਫ ਨੇ। ਅਸੀਂ ਤਾਂ ਸੇਵਾ ਕਰਨੀ ਹੈ, ਅਸੀਂ ਬਿਲਕੁਲ ਇਮਾਨਦਾਰੀ ਨਾਲ ਸੇਵਾ ਕਰਦੇ ਹਾਂ ਤੇ ਕਰਦੇ ਰਹਾਂਗੇ। ਮੈਂ ਬਾਦਲ ਪਰਿਵਾਰ ਨਾਲ ਕਦੇ ਕੰਮ ਨਹੀਂ ਕਰੂੰਗਾ। ਉਹ ਤਾਂ ਕਹਿੰਦੇ ਆ ਵੀ ਇਹ ਪਰਿਵਾਰ ਇੱਕ ਪਰਿਵਾਰ ਦੀ ਪਾਰਟੀ ਨਹੀਂ, ਸਾਰਿਆਂ ਨੂੰ ਲੈ ਕੇ ਨਾਲ ਚੱਲਣ ਵਾਲੀ ਪਾਰਟੀ ਹੈ। ਅਕਾਲੀ ਦਲ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ, ਟਕਸਾਲੀ ਅਕਾਲੀ ਵੀ, ਜਿਹੜੇ ਨਵੇਂ ਅਕਾਲੀ ਹੈ, ਯੂਥ ਵਾਲੇ ਵੀ ਹੈ। ਤਾਂ ਤੁਹਾਨੂੰ ਐਂ ਕਿਉਂ ਲੱਗਦਾ ਵੀ ਤੁਸੀਂ ਉਹਨਾਂ ਕੰਮ ਨਹੀਂ ਕਰ ਸਕਦੇ? ਕੋਈ ਟਕਸਾਲੀ ਅਕਾਲੀ ਹੁਣ ਰਿਹਾ ਹੀ ਨਹੀਂ ਜੀ ਉਹਨਾਂ ਕੋਲ। ਤੁਸੀਂ ਦੱਸੋ, ਸਾਡੇ ਪਟਿਆਲੇ ਸ਼ਹਿਰ 'ਚੋਂ ਅੱਜ ਕੱਲ੍ਹ ਹੁਣ ਆਪਣੇ ਸਰਦਾਰ ਸੁਰਜੀਤ ਸਿੰਘ ਕੋਹਲੀ ਦੇ ਬੇਟੇ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਜੀ। ਤੇ ਤੁਸੀਂ ਤਲਵੰਡੀ ਸਾਹਿਬ ਦਾ ਪਰਿਵਾਰ ਦੇਖ ਲਓ, ਉਹ ਢੀਂਡਸਾ ਗਰੁੱਪ 'ਚ ਬੈਠੇ ਨੇ, ਤੇ ਇਹ ਤਾਂ ਕੋਈ ਕਿਸੇ ਨੂੰ ਰੱਖ ਕੇ ਰਾਜੀ ਨਹੀਂ ਜੀ। ਅਸੀਂ ਤਾਂ ਬਿਲਕੁਲ ਵੀ ਇਸ ਚੀਜ਼ ਦੇ ਖਿਲਾਫ ਹਾਂ ਕਿ ਇਹ ਤਾਂ ਕਹਿੰਦੇ ਆ ਕਿ ਪੰਥ ਇਹਨਾਂ ਤੱਕ ਸੀਮਤ ਆ। ਪੰਥ ਬਿਲਕੁਲ ਇਹਨਾਂ ਤੱਕ ਸੀਮਤ ਨਹੀਂ ਹੈਗਾ ਜੀ। ਇਹ ਪੰਥ ਦੇ ਇਹਨਾਂ ਨੇ ਕਦੇ ਕੋਈ ਗੱਲ ਨਹੀਂ ਕਰੀ, ਤੇ ਅਸੀਂ ਪੰਥ ਦਾ ਬਿਲਕੁਲ ਸੇਵਾ ਕਰਦੇ ਰਹਾਂਗੇ, ਤੇ ਟੌੜਾ ਸਾਹਿਬ ਦੀ ਸੋਚ ਨਾਲ ਹੀ ਕਰਦੇ ਰਹਾਂਗੇ। ਸੁਖਬੀਰ ਬਾਦਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸੁਖਬੀਰ ਬਾਦਲ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ? ਸੁਖਬੀਰ ਬਾਦਲ ਦੀ ਸਿਆਸਤ ਇੱਕ ਬੜੀ ਫੇਲ ਸਿਆਸਤ ਹੈ ਜੀ। ਪੈਸੇ ਦੇ ਸਿਰ ਤੇ ਸਿਆਸਤ ਹੈ ਜੀ, ਹੋਰ ਉਹਨਾਂ ਕੋਲ ਕੁਛ ਨਹੀਂ ਹੈਗਾ। ਤੇ ਮੈਨੂੰ ਨਹੀਂ ਲੱਗਦਾ ਜੀ ਉਹ ਕਦੇ ਵੀ, ਜਦੋਂ ਆਪਦੇ ਫਾਦਰ ਦੇ ਹੁੰਦੇ ਉਹ ਸੀਐਮ ਨਹੀਂ ਬਣ ਸਕੇ, ਉਹ ਕਦੇ ਸਾਰੀ ਉਮਰ ਸੀਐਮ ਨਹੀਂ ਬਣ ਸਕਦੇ। ਕੀ ਕਾਰਨ ਲੱਗਦਾ ਇਹਦਾ? ਉਹਨਾਂ ਦੀ ਸੋਚ ਹੀ ਹੈ ਨਹੀਂ ਜੀ, ਉਹਨਾਂ ਦੀ ਸਿਆਸਤ ਵਾਲੀ ਸੋਚ ਹੀ ਨਹੀਂ। ਸਿਆਸਤ ਜਦੋਂ ਆਪਾਂ ਕਰਦੇ ਹਾਂ ਤਾਂ ਪਰਿਵਾਰਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਜੀ। ਉਹ ਕਰਦੇ ਨੇ ਇੰਡੀਵਿਜੂਅਲ ਸਿਆਸਤ, ਉਹ ਸਿਰਫ ਬਾਦਲ ਸਿਆਸਤ ਤੱਕ ਸੀਮਤ ਰਹਿ ਗਏ ਜੀ, ਪਾਵਰ ਤੱਕ ਸੀਮਤ ਰਹਿ ਗਏ। ਫਾਦਰ ਸਾਹਿਬ ਉਹਨਾਂ ਦੇ ਸੀਐਮ, ਉਹ ਖੁਦ ਡਿਪਟੀ ਸੀਐਮ, ਉਹਨਾਂ ਦੇ ਜਮਾਈ ਕੈਬਨਿਟ ਮੰਤਰੀ, ਉਹਨਾਂ ਦਾ ਸਾਲਾ ਕੈਬਨਿਟ ਮੰਤਰੀ, ਉਹਨਾਂ ਦੀ ਨੂੰਹ ਸੈਂਟਰ ਦੇ ਵਿੱਚ ਵਜ਼ੀਰ। ਤਾਂ ਵੀ ਉਹਨਾਂ ਨੂੰ ਅੱਜ ਵੀ ਤਾਕਤ ਦੀ ਇੰਨੀ ਭੁੱਖ ਹੈ, ਹਰ ਥਾਂ ਤੇ ਬੋਰਡ ਲੱਗਿਆ ਰਾਜ ਨਹੀਂ ਸੇਵਾ। ਕਿੱਥੇ ਹੈ ਜੀ ਉਹਨਾਂ ਦੀ ਸੇਵਾ? ਰਾਜ ਦੇ ਲਈ ਤੁਸੀਂ ਇੰਨੀ ਕਿਉਂ ਭੁੱਖ ਪਾਲੀ ਹੋਈ ਹੈ ਕਿ ਸਾਰਾ ਕੁਝ ਤੁਹਾਨੂੰ ਹੀ ਚਾਹੀਦਾ? ਜਦ ਤੁਸੀਂ ਇੰਨੀਆਂ ਪਦਵੀਆਂ ਰੱਖ ਕੇ ਵੀ ਤੁਸੀਂ ਉਸ ਰਾਜ ਦੇ ਵਿੱਚ ਸੇਵਾ ਨਹੀਂ ਕਰ ਸਕੇ, ਤਾਂ ਹੁਣ ਤੁਸੀਂ ਕਿੱਥੇ ਸੇਵਾ ਕਰੋਗੇ ਜੀ? ਜੇ ਇੰਨੀ ਸੇਵਾ ਭਾਵਨਾ ਵਾ, ਇੰਨੇ ਤੁਸੀਂ ਲੁੱਟ ਖਸੁੱਟ ਕਰ ਲਈ, ਇੰਨਾ ਪੈਸਾ ਤੁਸੀਂ ਆਪਦੇ ਕੋਲ ਜਮ੍ਹਾਂ ਕਰ ਲਿਆ, ਵੰਡੋ ਲੋਕਾਂ 'ਚ, ਗਰੀਬਾਂ ਦੀ ਮਦਦ ਕਰ ਦਿਓ, ਕੋਈ ਆਪਦਾ NGO ਖੋਲੋ, ਕੋਈ ਕੁਛ ਕਰੋ। ਕੁਛ ਕਰਦੇ ਹੀ ਨਹੀਂ ਜੀ, ਬਸ ਗੱਲਾਂ ਨੂੰ ਹੈ ਜੀ, ਇਹਨਾਂ ਦਾ ਕੁਛ ਨਹੀਂ ਹੈਗਾ ਜੀ।
ਪਰਿਵਾਰ ਅਕਾਲੀ ਦਲ ਦੀ ਗੱਲ ਕਰੀਏ ਤੁਸੀਂ ਉਹਦੇ ਚ ਤੁਹਾਡੇ ਟੌੜਾ ਸਾਹਿਬ ਨਾਲ ਹੋਰ ਵੀ ਬਹੁਤ ਬੰਦੇ ਨੇੜੇ ਸੀਗੇ। ਚੰਦੂ ਮਾਜਰਾ ਸਾਹਿਬ ਵੀ ਟੌੜਾ ਸਾਹਿਬ ਦੇ ਬਹੁਤ ਨੇੜੇ ਸੀਗੇ। ਜਿਵੇਂ ਕਿ ਆਪਾਂ ਪਹਿਲਾਂ ਗੱਲਾਂ ਕਰ ਰਹੇ ਤੁਸੀਂ ਦੱਸਿਆ ਵੀ ਯੂਥ ਅਕਾਲੀ ਦਲ ਚੰਦੂ ਮਾਜਰਾ ਸਾਹਿਬ ਵਾਸਤੇ ਬਣਾਇਆ ਗਿਆ ਸੀ। ਉਹਨਾਂ ਨੇ ਨਹੀਂ, ਜਦੋਂ ਤੁਸੀਂ ਸ਼ਾਮਿਲ ਹੋਏ ਉਹਨਾਂ ਵੱਲੋਂ ਨਹੀਂ ਕੋਈ ਰਿਐਕਸ਼ਨ ਆਇਆ ਜਾਂ ਉਹਨਾਂ ਨੇ ਤੁਹਾਨੂੰ ਕਿਹਾ ਹੋਵੇ ਵੀ ਤੁਸੀਂ ਇਹ ਫੈਸਲਾ ਕਿਉਂ ਲਿਆ, ਜਾਂ ਇਸ ਤੋਂ ਪਹਿਲਾਂ ਸਿਆਸਤ ਚ ਆਉਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਹੋਵੇ ਤੁਸੀਂ ਅਕਾਲੀ ਦਲ ਚ ਆਓ? ਨਹੀਂ, ਉਹਨਾਂ ਨਾਲ ਕਦੇ ਕੋਈ ਗੱਲ ਨਹੀਂ ਹੋਈ ਜੀ, ਨਾ ਪਹਿਲਾਂ ਨਾ ਇਸ ਸਟੈਪ ਤੋਂ ਬਾਅਦ। ਵੈਸੇ ਰਾਬਤਾ ਹੈ ਨਹੀਂ ਕਿਉਂਕਿ ਉਹ ਤਾਂ ਬਹੁਤ ਜ਼ਿਆਦਾ ਨੇੜੇ ਸੀਗੇ ਟੌੜਾ ਸਾਹਿਬ ਦੇ, ਵੈਸੇ ਰਾਬਤਾ ਰਿਹਾ ਨਹੀਂ ਇੰਨੇ ਸਾਲਾਂ 'ਚ? ਨਹੀਂ, ਟੌੜਾ ਸਾਹਿਬ ਦੇ ਬਹੁਤ ਨੇੜੇ ਰਹੇ ਨੇ ਜੀ, ਉਹ ਬਹੁਤ ਜ਼ਿਆਦਾ ਨੇੜੇ ਰਹੇ ਨੇ। ਟੌੜਾ ਸਾਹਿਬ ਜਦੋਂ ਸੈਂਟਰ ਦੇ ਵਿੱਚ ਇਹ MP ਬਣੇ ਨੇ ਉਦੋਂ ਬੜਾ ਇਹ ਕਹਿੰਦੇ ਵੀ ਰਹੇ ਕਿ ਮੰਤਰੀ ਬਣਾਓ ਮੈਨੂੰ, ਪਰ ਚਲੋ ਇਹ ਸਮੇਂ ਦੀ ਸਿਆਸਤ ਹੁੰਦੀ ਹੈ ਜੀ। ਅੱਜ ਉਹਨਾਂ ਨੂੰ ਬਾਦਲ ਸਾਹਿਬ ਹੀ ਸਾਰਾ ਕੁਝ ਲੱਗਦੇ ਆ, ਤੇ ਚਲੋ ਉਹਨਾਂ ਨੂੰ ਜਿਵੇਂ ਠੀਕ ਲੱਗਦਾ ਜੀ ਉਹਨਾਂ ਨੂੰ, ਪਰ ਮੇਰੇ ਨਾਲ ਉਹਨਾਂ ਦਾ ਕੋਈ ਰਾਬਤਾ ਨਹੀਂ। ਅੱਛਾ, ਤੇ ਪੰਥ ਦੀ ਗੱਲ ਹੋਈ, ਤੁਸੀਂ ਕਿਹਾ ਵੀ ਪੰਥਕ ਮਸਲਿਆਂ ਦੀ ਅਕਾਲੀ ਦਲ ਕੋਈ ਗੱਲ ਨਹੀਂ ਕਰਦਾ। ਪੰਥ ਵਾਸਤੇ BJP ਭਾਜਪਾ ਕਿਵੇਂ ਸੋਚਦੀ ਹੈ? ਭਾਜਪਾ ਕਿਵੇਂ ਲੈ ਕੇ ਜਾਊਗੀ ਪੰਥ ਦੇ ਮਸਲਿਆਂ ਨੂੰ, ਜਾਂ ਕਿਵੇਂ ਹੱਲ ਕਰਿਆ ਕਰੂਗੀ ਉਹਦਾ? ਉਹ ਜਿੰਨੇ ਵੀ ਸਿੱਖ ਬੁੱਧੀਜੀਵੀ ਨੇ ਜੀ, ਅਸੀਂ ਉਹਨਾਂ ਨਾਲ ਰਾਬਤਾ, ਮੈਂ ਖੁਦ ਪਰਸਨਲ ਉਹਨਾਂ ਨਾਲ ਰਾਬਤਾ ਪੈਦਾ ਕਰੂੰਗਾ ਜੀ। ਤੋ ਜੋ ਵੀ ਪੰਥ ਦੀ ਡਿਮਾਂਡ ਹੋਊਗੀ ਜੀ ਉਹ ਮੈਂ BJP ਕੋਲ ਰੱਖੂੰਗਾ। ਹੁਣ ਤੱਕ ਤਾਂ ਇਹਨਾਂ ਨੇ ਪੰਥ ਨੂੰ ਸਿਰਫ ਆਪਣੇ ਤੱਕ ਸੀਮਿਤ ਕਰਕੇ ਕਿ ਸਾਰਾ ਪੰਥ ਸਾਡਾ ਹੈ ਜੀ, ਤੇ ਆਪ ਉੱਥੇ ਜਾ ਕੇ ਸਿਰਫ ਇਹਨਾਂ ਨੇ ਪਾਵਰ ਦੀ ਗੱਲ ਕੀਤੀ ਹੈ, ਵਜ਼ੀਰੀਆਂ ਦੀ ਗੱਲ ਕੀਤੀ ਹੈ, ਪੰਥ ਦੀ ਤਾਂ ਇਹਨਾਂ ਨੇ ਕਦੇ ਕੋਈ ਗੱਲ ਹੀ ਨਹੀਂ ਕੀਤੀ ਬਾਦਲ ਸਾਹਿਬ ਨੇ। ਤੇ ਹੁਣ ਮੈਂ ਤਾਂ ਸਾਰੇ ਤੁਹਾਡੇ ਥਰੂ ਸਗੋਂ ਸਭ ਨੂੰ ਬੇਨਤੀ ਕਰੂੰਗਾ ਕਿ ਮੈਨੂੰ ਜ਼ਰੂਰ ਸਿੱਖ ਮਸਲਿਆਂ ਦੇ ਉੱਤੇ ਚਾਨਣਾ ਪਾਇਆ ਜਾਵੇ, ਤਾਂ ਕਿ ਮੈਂ ਇਹਨਾਂ ਨਾਲ ਰਾਬਤਾ ਕਾਇਮ ਕਰਕੇ ਇੱਕ ਬ੍ਰਿਜ ਬਣ ਸਕਾਂ ਕਿ ਜਿੰਨੀਆਂ ਵੀ ਆਪਣੇ ਸਿੱਖ ਇਸ਼ੂਜ਼ ਨੇ ਉਹ ਆਪਾਂ ਜਲਦੀ ਤੋਂ ਜਲਦੀ ਸੋਲਵ ਕਰਾਈਏ। ਇਹੀ ਕਾਰਨ ਹੈ ਕਿ ਜਿਹੜੇ ਪੰਥਕ ਪਰਿਵਾਰ ਨੇ, ਜਿਹੜੇ ਟਕਸਾਲੀ ਅਕਾਲੀ ਨੇ, ਉਹ ਭਾਜਪਾ 'ਚ ਜਾ ਰਹੇ, ਜਿਵੇਂ ਕਾਫੀ ਸਾਰੇ ਪਰਿਵਾਰ ਭਾਜਪਾ ਸ਼ਾਮਿਲ ਹੋਇਆ ਹੈ। ਇੱਕ ਪਰਿਵਾਰ ਕੋਹਲੀ ਸਾਹਿਬ ਦਾ ਤੁਸੀਂ ਕਿਹਾ ਵੀ ਆਮ ਆਦਮੀ ਪਾਰਟੀ ਸ਼ਾਮਿਲ ਹੈ, ਕਿ ਇਹੀ ਕਾਰਨ ਹੈ ਵੀ ਭਾਜਪਾ ਜਾ ਰਹੇ ਜਾਂ ਹੋਰ ਪਾਰਟੀਆਂ ਜਾ ਰਹੇ? ਹਾਂਜੀ ਬਿਲਕੁਲ, ਕਿਉਂਕਿ ਭਾਜਪਾ ਚਾਹੁੰਦੀ ਹੈ ਕਿ ਜਿੰਨੇ ਮਸਲੇ ਨੇ ਉਹ ਹੱਲ ਹੋਣ, ਪਰ ਸਾਨੂੰ ਦੱਸੇ ਤਾਂ ਸਹੀ ਕੋਈ। ਤੇ ਮੈਨੂੰ ਲੱਗਦਾ ਕਿ ਸਾਰੇ ਹੁਣ ਆਪੋ ਆਪਣਾ ਰੋਲ ਪਲੇ ਕਰਨਗੇ ਜੀ, ਦੱਸਣਗੇ ਤੇ ਅਸੀਂ ਹੱਲ ਕਰਾਵਾਂਗੇ। ਇੱਕ ਤਾਂ ਹੁੰਦੀ ਹੈ ਪਬਲਿਕ ਡੋਮੇਨ, ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਵੀ ਭਾਜਪਾ ਨੇ ਐਂ ਕਿਹਾ ਵੀ ਐਂ ਹੱਲ ਕਰਾਂਗੇ। ਜਦੋਂ ਇੱਕ ਬਿਹਾਈਂਡ ਕਲੋਜ਼ ਡੋਰ ਗੱਲਾਂ ਹੁੰਦੀਆਂ ਨੇ ਉਦੋਂ ਕੀ ਤੁਹਾਨੂੰ ਕੋਈ ਵਾਅਦੇ ਕੀਤੇ ਗਏ, ਉਦੋਂ ਕੀ ਗੱਲਾਂ ਹੋਈਆਂ ਜੇ ਉਹ ਥੋੜਾ ਚਾਨਣ ਪਾ ਸਕਦੇ ਹੋ? ਕੀ ਗੱਲਾਂ ਭਾਜਪਾ ਵੱਲੋਂ ਰੱਖੀਆਂ ਗਈਆਂ, ਕੀ ਤੁਸੀਂ ਕਹੀਆਂ ਨੇ? ਨਹੀਂ ਉਹ ਬਾਈ ਜੀ, ਕਿਉਂਕਿ ਹੁਣ ਕੋਡ ਆਫ ਕੰਡਕਟ ਲੱਗ ਚੁੱਕਿਆ ਜੀ, ਉਹ ਜੇ ਆਪਾਂ ਗੱਲਾਂ ਹੁਣ ਉਹ ਜ਼ਾਹਰ ਵੀ ਕਰਦੇ ਹਾਂ ਤਾਂ ਉਹ ਗਲਤ ਹੋ ਜਾਊਗਾ ਜੀ, ਉਹ ਮੈਂ ਨਹੀਂ ਕਹਿ ਸਕਦਾ ਜੀ। ਤੇ ਗੱਲ ਰਹੀ ਚੁਣਾਵ ਲੜੋਗੇ, ਟਿਕਟ ਕਿੱਥੋਂ ਲੈ ਰਹੇ ਹੋ ਜਾਂ ਕਿੱਥੋਂ ਲੜਨ ਦਾ ਮਨ ਹੈਗਾ? ਦੇਖੋ, ਮੈਂ ਕੋਈ ਇੱਕ ਟਿਕਟ ਮੰਗ ਕੇ ਟੌੜਾ ਸਾਹਿਬ ਦੀ ਵਿਰਾਸਤ ਨੂੰ ਇੱਕ ਹਲਕੇ ਤੱਕ ਸੀਮਿਤ ਨਹੀਂ ਕਰਨਾ ਚਾਹੁੰਦਾ ਜੀ। ਮੈਂ ਭਾਜਪਾ ਨੂੰ ਵੀ ਇਹੀ ਬੇਨਤੀ ਕਰੀ ਸੀ ਜੀ ਕਿ ਮੈਨੂੰ ਹਰ ਟੌੜਾ ਸਾਹਿਬ ਦੇ ਸਮਰਥਕ ਤੱਕ ਪਹੁੰਚਣ ਦਿਓ, ਉਹਨਾਂ ਨਾਲ ਰਾਬਤਾ ਕਾਇਮ ਕਰਨ ਦਿਓ, ਤੇ ਆਪਾਂ ਇਸ ਭਾਜਪਾ ਪਰਿਵਾਰ ਨੂੰ ਵੱਡਾ ਕਰੀਏ। ਤੇ ਮੈਂ ਤਾਂ ਉਹਨਾਂ ਨਾਲ ਕੋਈ ਟਿਕਟ ਦੀ ਗੱਲ ਨਹੀਂ ਕਰੀ ਜੀ। ਬਾਕੀ ਜੇ ਉਹਨਾਂ ਦਾ ਪਾਰਟੀ ਦਾ ਜੋ ਫੈਸਲਾ ਹੈਗਾ ਉਹ ਸਿਰ ਮੱਥੇ, ਤੇ ਬੀਇੰਗ ਅ ਵਰਕਰ ਮੈਂ ਕੰਮ ਕਰਦਾ ਰਹੂੰਗਾ ਜੀ। ਕੋਈ ਇਹੀ ਕਹਿ ਰਿਹਾ ਵੀ ਅਮਲੋਹ ਤੋਂ ਕਹਿ ਰਿਹਾ ਵੀ ਤੁਹਾਨੂੰ ਅਮਲੋਹ ਤੋਂ ਉਤਾਰਨ ਦੀ ਗੱਲ ਬਾਤ ਚੱਲ ਰਹੀ ਹੈ? ਪਤਾ ਨਹੀਂ ਜੀ, ਜੇ ਚੱਲਦੀ ਹੈ ਤਾਂ ਠੀਕ ਹੈ, ਜੇ ਨਹੀਂ ਵੀ ਚੱਲਦੀ ਤਾਂ ਵੀ ਠੀਕ ਹੈ ਜੀ, ਆਪਾਂ ਨੂੰ ਕੋਈ ਇਹ ਨਹੀਂ ਹੈਗਾ। ਤੁਹਾਨੂੰ ਐ ਨਹੀਂ ਹੈਗਾ ਵੀ ਮੈਂ ਟਿਕਟ ਤੇ ਲੜਨਾ ਹੀ ਲੜਨਾ, ਚੁਣਾਵ ਇਲੈਕਸ਼ਨ ਲੜਨੀ? ਨਹੀਂ ਜੀ, ਨਹੀਂ। ਟੌੜਾ ਸਾਹਿਬ ਨੇ ਕਦੇ MLA ਦੀ ਕੋਈ ਇਲੈਕਸ਼ਨ ਨਹੀਂ ਲੜੀ ਜੀ। ਉਹ ਖੁਦ ਉਹਨਾਂ ਨੇ ਪੰਥ ਦੀ ਸੇਵਾ ਕੀਤੀ ਹੈ, ਬਤੌਰ SGPC ਪ੍ਰੈਜ਼ੀਡੈਂਟ ਕੀਤੀ ਹੈ, ਔਰ ਰਾਜ ਸਭਾ ਦੇ ਮੈਂਬਰ ਰਹੇ। ਇਲੈਕਸ਼ਨ ਵਾਲੀ ਗੱਲ ਟੌੜਾ ਸਾਹਿਬ ਦੇ ਵਿਰਾਸਤ ਲਈ ਬਹੁਤ ਛੋਟੀ ਹੈ ਜੀ। ਅਸੀਂ ਤਾਂ ਖੁਦ ਇਲੈਕਸ਼ਨਾਂ ਲੜਾਉਂਦੇ ਰਹੇ ਹਾਂ। ਅਸੀਂ ਤਾਂ ਵਰਕਿੰਗ ਸਾਡੀ ਇੰਨੀ ਹੈ ਕਿ ਅਸੀਂ ਆਪ ਬੰਦੇ ਪੁੱਟ ਕਰਕੇ ਉਹਨਾਂ ਨੂੰ ਜਿਤਾਉਂਦੇ ਰਹੇ ਹਾਂ। ਤੇ ਮੈਂ ਵੀ ਚਾਹੁੰਦਾ ਕਿ ਜੇ ਪ੍ਰਮਾਤਮਾ ਮੇਰੇ 'ਚ ਇੰਨਾ ਬਲ ਬਖਸ਼ੇ ਕਿ ਜੇ ਮੈਂ ਟੌੜਾ ਸਾਹਿਬ ਦੇ ਉਸ ਸਾਰੇ ਕੰਮਾਂ ਤੇ ਅੱਧ 'ਚ ਵੀ ਪਹੁੰਚ ਜਾ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਹੋਊਗੀ। ਤੁਹਾਡੀ ਰਣਨੀਤੀ ਕੀ ਹੈ? ਕਿਉਂਕਿ ਸਿਆਸਤ 'ਚ ਤਾਂ ਤੁਸੀਂ ਮੇਨ ਸਟ੍ਰੀਮ ਪੋਲੀਟਿਕਸ ਆ ਚੁੱਕੇ ਹੋ, ਉਹਦੇ ਸਭ ਤੋਂ ਵੱਡੀ ਗੱਲ ਜੇ ਤੁਸੀਂ ਸਿਆਸਤ ਦੇ ਸਿਖਰਾਂ ਤੇ ਜਾਣਾ ਹੈ ਅੱਜ ਦੇ ਟਾਈਮ 'ਚ ਤਾਂ ਉਹ ਹੈਗੀ ਹੈ ਇਲੈਕਟੋਰਲ ਪੋਲੀਟਿਕਸ। ਉਹਨੂੰ ਚੁਣਾਵਾਂ 'ਚ ਉਤਰਨਾ ਪੈਂਦਾ ਹੈ, ਵੋਟਾਂ ਪਾਉਣੀਆਂ ਪੈਂਦੀਆਂ, ਪ੍ਰਚਾਰ ਕਰਨਾ ਪੈਂਦਾ, ਫਿਰ ਜਾ ਕੇ ਤੁਸੀਂ ਸਿਆਸਤ 'ਚ ਕਾਮਯਾਬ ਮੰਨੇ ਜਾਂਦੇ ਹੋ। ਪੁਰਾਣਾ ਟਾਈਮ ਹੋਰ ਸੀਗਾ। ਤੇ ਹੁਣ ਤੁਹਾਡੀ ਰਣਨੀਤੀ ਕੀ ਹੈ? ਤੁਹਾਡੀ ਸਿਆਸਤ ਨੂੰ ਲੈ ਕੇ ਅਪਰੋਚ ਕੀ ਹੈ? ਹਾਂ, ਟੌੜਾ ਸਾਹਿਬ ਦੀ ਬਹੁਤ ਵੱਡਾ ਵਿਰਸਾ ਵਿਰਾਸਤ ਹੈ, ਉਹ ਤੁਹਾਡੇ ਨਾਲ ਜੁੜੀ ਹੋਈ ਹੈ, ਪਰ ਤੁਹਾਡੀ ਇੰਡੀਵਿਜੂਅਲੀ ਕੀ ਸੋਚ ਹੈ? ਮੇਰੀ ਬਾਈ ਜੀ ਇੰਡੀਵਿਜੂਅਲ ਸੋਚ ਤਾਂ ਇਹੀ ਹੈ ਕਿ ਮੈਂ ਹਰ ਘਰ ਉਸ ਘਰ ਨੂੰ ਟੱਚ ਕਰਨਾ ਚਾਹੁੰਦਾ, ਤੇ ਜੋ ਵੀ ਟੌੜਾ ਸਾਹਿਬ ਦੀ ਸੋਚ ਸੀ, ਪੰਥ ਦੀਆਂ ਗੱਲਾਂ ਸੀ, ਮੈਂ ਹਰ ਬੰਦੇ ਨਾਲ 1 to 1 ਕਰਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਨਾਲ ਲੈ ਕੇ, ਉਹਨਾਂ ਨੂੰ ਨਾਲ ਲੈ ਕੇ
ਚਾਹੇ ਵੈਦਰ ਇਟ ਇਜ਼ ਅਮਲੋਹ, ਵੈਦਰ ਇਟ ਇਜ਼ ਤੁਸੀਂ ਪਟਿਆਲਾ 2, ਵੈਦਰ ਇਟ ਇਜ਼ ਪਟਿਆਲਾ, ਵੈਦਰ ਇਟ ਇਜ਼ ਸੰਗਰੂਰ ਡਿਸਟ੍ਰਿਕਟ, ਜਿੱਥੇ ਵੀ ਬਾਪੂ ਜੀ ਦੇ ਬੰਦੇ ਬੈਠੇ ਆ ਜੀ ਟੌਹੜਾ ਸਾਹਿਬ ਦੇ, ਮੈਂ ਉਹਨਾਂ ਨੂੰ ਅਪਰੋਚ ਕਰੂੰਗਾ, ਉਹਨਾਂ ਕੋਲ ਜਾਊਂਗਾ, ਬੈਠੂੰਗਾ ਅਤੇ ਉਹਨਾਂ ਨੂੰ ਨਾਲ ਲੈ ਕੇ ਮੈਂ ਨਾਲ ਚੱਲੂੰਗਾ ਜੀ। ਅਤੇ ਮੇਰੀ ਤਾਂ ਹਜੇ ਫਿਲਹਾਲ ਤਾਂ ਇਹੀ ਸੋਚ ਹੈ ਜੀ। ਤੁਹਾਡੇ ਆਉਣ ਨਾਲ ਫਿਰ ਤੋਂ ਇੱਕ ਵਾਰ ਟੌਹੜਾ ਸਾਹਿਬ ਦਾ ਨਾਮ ਸਿਆਸੀ ਗਲਿਆਰਿਆਂ 'ਚ ਗਰਮ ਚਰਚਾ ਬਣ ਗਿਆ ਹੈਗਾ। ਬਹੁਤ ਲੰਬੇ ਸਮੇਂ ਤੋਂ ਤੁਸੀਂ ਜਾਂ ਪਰਿਵਾਰ ਵਾਲਿਆਂ ਨੇ ਮਹਿਸੂਸ ਨਹੀਂ, ਟੌਹੜਾ ਸਾਹਿਬ ਦਾ ਜ਼ਿਕਰ ਬਹੁਤ ਘੱਟ ਕੀਤਾ ਜਾਂਦਾ ਸੀ ਅਕਾਲੀ ਪੋਲੀਟਿਕਸ 'ਚ ਵੀ ਜਾਂ ਪੰਥ ਦੀ ਪੋਲੀਟਿਕਸ 'ਚ ਵੀ, ਇੱਕ ਤਰ੍ਹਾਂ ਤੋਂ ਨਾਮ ਨਹੀਂ ਲਿਆ ਜਾਂਦਾ। ਕੀ ਕਾਰਨ ਲੱਗਦਾ ਤੁਹਾਨੂੰ ਇਹ ਸਾਰੀ ਗੱਲਾਂ? ਉਹਦਾ ਕਾਰਨ ਇਹੀ ਹੈ ਜੀ, ਕਿਤੇ ਨਾ ਕਿਤੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਬਾਦਲ ਇਸ ਨਾਂ ਤੋਂ ਡਰਦਾ ਹੈ, ਕਿਉਂਕਿ ਟੌਹੜਾ ਸਾਹਿਬ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਟੌਹੜਾ ਸਾਹਿਬ ਨਾਲ ਕੋਈ ਵੀ ਡਿਸੀਜਨ ਲੈਣਾ ਤਾਂ ਉਹ ਹਮੇਸ਼ਾ ਉਹਨਾਂ ਨਾਲ ਡਿਸਕਸ ਕਰਕੇ ਲੈਂਦੇ ਸੀ। ਅਤੇ ਹੁਣ ਇਹਨਾਂ ਦੇ ਉੱਤੇ ਸੱਤਾ ਇੰਨੀ ਹਾਵੀ ਹੋਈ ਹੈ, ਇਹ ਚਾਹੁੰਦੇ ਆ ਕਿ ਅਸੀਂ ਸਾਰਾ ਕੁਛ ਅਸੀਂ ਕਰੀਏ, SGPC ਵੀ ਅਸੀਂ ਸਾਂਭੀਏ, ਪੰਥ ਵੀ ਅਸੀਂ ਸਾਂਭੀਏ, ਅਕਾਲੀ ਦਲ ਵੀ ਅਸੀਂ ਸਾਂਭੀਏ। ਇਹ ਤਾਂ ਉਸ ਸੋਚ, ਉਸ ਵਿਚਾਰਧਾਰਾ ਨੂੰ ਹੀ ਖਤਮ ਕਰਨਾ ਤਾਂ ਚਾਹੁੰਦੇ ਆ ਜਿਹੜਾ ਪੰਥ ਦੀ ਗੱਲ ਕਰਦਾ। ਤਾਂ ਇਸ ਕਰਕੇ ਤੁਹਾਨੂੰ ਲੱਗਦਾ ਵੀ ਉਹ ਇਹਨਾਂ ਦਾ ਨਾਮ ਨਹੀਂ ਲੈ ਰਹੇ? ਬਿਲਕੁਲ ਬਿਲਕੁਲ ਇਹੀ ਗੱਲ ਹੈ ਜੀ। ਇਸੇ ਗੱਲ ਕਰਕੇ ਕਿਤੇ ਨਾਮ ਨਹੀਂ ਲੈਂਦੇ ਜੀ। ਇਸੇ ਗੱਲ ਕਰਕੇ ਜਿਹੜੇ ਟੌਹੜਾ ਸਾਹਿਬ ਦੇ ਥੱਲੇ ਬੈਠ ਕੇ ਉਹਨਾਂ ਦੀ ਸ਼ੈਡੋ ਦੇ ਵਿੱਚ ਜਿੰਨੇ ਵੀ ਪੋਲੀਟੀਸ਼ੀਅਨ ਬਣੇ ਨੇ, ਉਹ ਤਾਂ ਉਹਨਾਂ ਦੀ ਗੱਲ ਨਹੀਂ ਕਰਦੇ। ਜਦੋਂ ਉਹਨਾਂ ਦੀ ਗੱਲ ਕਰਦੇ ਨੇ ਜਾਂ ਉਹਨਾਂ ਦੇ ਪਰਿਵਾਰ ਦੇ ਪੱਖੀ ਕੋਈ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਵੀ ਬਾਦਲ ਸਾਹਿਬ ਸਾਈਡ ਲਾਈਨ ਕਰਨਾ ਸ਼ੁਰੂ ਕਰ ਦਿੰਦੇ ਨੇ। ਹਜੇ ਤੱਕ ਇਹ ਵੀ ਹਜੇ ਤੱਕ ਹੁੰਦਾ? ਦੇਖੋ, ਜਿਹੜਾ ਇਮਾਨਦਾਰੀ ਵਾਲਾ ਪਰਿਵਾਰ ਹੈ ਜੀ, ਲੋਕ ਸਾਨੂੰ ਸਿਆਸੀ ਤੌਰ 'ਤੇ ਨਹੀਂ ਸਾਡੇ ਨਾਲ ਜੁੜੇ ਹੋਏ, ਲੋਕ ਸਾਡੇ ਨਾਲ ਨਿੱਜੀ ਤੌਰ 'ਤੇ, ਪਿਆਰ ਤੌਰ 'ਤੇ ਸਾਨੂੰ ਪਿਆਰ ਕਰਦੇ ਨੇ, ਉਹ ਜੁੜੇ ਹੋਏ ਨੇ। ਅਤੇ ਇਹਨਾਂ ਨੂੰ ਹਜੇ ਵੀ ਕਿਤੇ ਨਾ ਕਿਤੇ ਇਹੀ ਡਰ ਲੱਗਦਾ ਕਿ ਜੇ ਇਹ ਪਰਿਵਾਰ ਕਿਤੇ ਭਾਰੂ ਹੁੰਦਾ, ਇਹਨਾਂ ਕੋਲ ਪਾਵਰ ਆਉਂਦੀ ਆ, ਤਾਂ ਉਹ ਦੁਬਾਰਾ ਲੋਕ ਇਹਨਾਂ ਕੋਲ ਜਾਣੇ, ਪੂਰੇ ਪੰਜਾਬ ਦੇ ਸਿੱਖ, ਪੰਜਾਬ ਤੋਂ ਬਾਹਰਲੇ ਸਿੱਖ, ਦੂਜੀਆਂ ਸਟੇਟਾਂ ਵਾਲੇ, ਦੇਸਾਂ ਪ੍ਰਦੇਸਾਂ ਵਾਲੇ, ਕਿ ਉਹ ਸਿੱਖ ਦੁਬਾਰਾ ਉਰੇ ਆਉਣ ਲੱਗ ਜਾਣਗੇ। ਇਹ ਉਸ ਚੀਜ਼ ਤੋਂ ਡਰਦੇ ਨੇ ਜੀ, ਤਾਂ ਹੀ ਸਾਨੂੰ ਹਮੇਸ਼ਾ ਇਹਨਾਂ ਨੇ ਲਾਈਮਲਾਈਟ ਤੋਂ ਦੂਰ ਰੱਖਿਆ। ਇਹ ਗੱਲਾਂ ਤੁਹਾਨੂੰ ਹਜੇ ਵੀ ਅਕਾਲੀ ਦਲ ਦੇ ਕੋਈ ਲੀਡਰ ਤੁਹਾਡੇ ਨੇੜੇ ਨੇ, ਉਹਨਾਂ ਨੇ ਗੱਲਾਂ ਇਹ ਦੱਸੀਆਂ ਨੇ ਵੀ ਇਹੋ ਜਿਹੀ ਗੱਲ, ਇਹੋ ਜਿਹਾ ਸੋਚ ਵਿਚਾਰ ਹਜੇ ਵੀ ਅਕਾਲੀ ਦਲ 'ਚ ਹੈਗਾ ਇਸ ਟੌਹੜਾ ਸਾਹਿਬ ਨੂੰ ਲੈ ਕੇ? ਨਹੀਂ, ਕਦੇ ਕਿਸੇ, ਦੇਖੋ ਸਿਆਸੀ ਲੀਡਰਾਂ ਨਾਲ ਤਾਂ ਮੈਂ ਕੋਈ ਬਾਹਲੀ ਵਿਚਾਰਧਾਰਾ ਕਦੇ ਕਰੀ ਨਹੀਂ, ਪਰ ਪੰਥਕ ਲੀਡਰਾਂ ਨਾਲ ਮੇਰੀ ਜ਼ਰੂਰ ਵਿਚਾਰਧਾਰਾ ਹੁੰਦੀ ਰਹੀ ਹੈ, ਇਸ ਵਿਸ਼ੇ 'ਤੇ ਹੀ ਹੁੰਦੀ ਰਹੀ ਹੈ। ਅਤੇ ਉਹਨਾਂ ਦੇ ਵੀ ਇਹੀ, ਉਹਨਾਂ ਦੀ ਸੋਚ ਕਹਿੰਦੀ ਸੀ ਕਿ ਇਹਨਾਂ ਨੇ ਟੌਹੜਾ ਸਮਰਥਕਾਂ ਨੂੰ ਆਪਦੇ ਛਤਰ ਛਾਇਆ ਹੇਠ ਇਹਨਾਂ ਨੇ ਬਦਲਣ ਨਹੀਂ ਦੇਣਾ। ਅਕਾਲੀ ਦਲ ਦੀ ਉਹਨਾਂ ਦੇ ਕਈ ਇਸ਼ੂ ਆ ਜਿਹੜੇ ਉਹਨਾਂ ਖਹਿੜਾ ਨਹੀਂ ਛੱਡ ਰਹੇ, ਚਾਹੇ ਉਹ ਬੇਅਦਬੀ ਦਾ ਹੋਵੇ, ਡਰੱਗਸ ਦਾ ਹੋਵੇ, ਜਾਂ ਡੇਰੇ ਨਾਲ ਸਮਝੌਤੇ ਕਰਨ ਦਾ ਹੋਵੇ, ਮਾਫੀ ਦਾ ਹੋਵੇ। ਤੁਸੀਂ ਇਹ ਸਾਰੀ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਮੈਂ ਇਸ ਚੀਜ਼ ਨੂੰ ਇੱਦਾਂ ਦੇਖਦਾ ਜੀ, ਦੇਖੋ ਜਿੰਨੀ ਦੇਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਰਹੇ ਨੇ ਜੀ, ਉਹਨਾਂ ਦੇ ਹੁੰਦੇ ਅਟੈਕ ਇਹ ਕਿਉਂ ਨਹੀਂ ਹੋਏ? ਉਹਨਾਂ ਦੇ ਹੁੰਦੇ ਡੇਰਾਵਾਦ ਕਿਉਂ ਨਹੀਂ ਵਧਿਆ? ਸਾਰਾ ਕੁਛ ਉਹਨਾਂ ਦੇ ਜਾਣ ਤੋਂ ਬਾਅਦ ਹੀ ਕਿਉਂ ਹੋਇਆ? ਉਹ ਹਮੇਸ਼ਾ ਪੰਥ ਲਈ ਇੱਕ ਚੱਟਾਨ ਵਾਂਗ ਖੜਦੇ ਸੀ ਜੀ। ਅਤੇ ਆਫਟਰ ਉਹਨਾਂ ਦੀ ਡੈਥ ਤੋਂ ਬਾਅਦ ਪੰਥ ਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਜੀ। ਇਹਨਾਂ ਨੇ ਪੰਥ 'ਤੇ ਤਾਂ ਕਦੇ ਦੇਖਿਆ ਹੀ ਨਹੀਂ। ਇਹ ਤਾਂ ਸਿਰਫ ਸਰਕਾਰਾਂ ਬਣਾਉਣ ਤੱਕ ਸੀਮਤ ਰਹੇ ਜੀ ਹਮੇਸ਼ਾ। ਇਹਨਾਂ ਨੂੰ ਸਿਰਫ ਮਤਲਬ ਹੈ ਕਿ ਸਰਕਾਰ ਕਿਵੇਂ ਬਣੇ, ਇਹ ਨਹੀਂ ਇਹ ਦੇਖਦੇ ਕਿ ਪੰਥ ਲਈ ਆਪਾਂ ਕੀ ਕਰਨਾ ਹੈ। ਤੁਸੀਂ ਇਹ ਦੇਖੋ 2016 ਦੇ ਵਿੱਚ ਬਾਈਬਲ ਕਲਾਂ ਕਾਂਡ ਹੁੰਦਾ ਜੀ, ਠੀਕ ਹੈ। ਸਾਡੀ ਸਰਕਾਰ 2017 ਤੱਕ ਰਹੀ ਅਕਾਲੀ ਦਲ ਦੀ, ਅਤੇ ਉਹਨਾਂ ਨੇ 1 ਸਾਲ ਕਿਉਂ ਕੋਈ ਕੁਛ ਨਹੀਂ ਕੀਤਾ ਜੀ? ਕਿਉਂ ਨਹੀਂ ਸਾਨੂੰ ਰਿਜ਼ਲਟ ਦਿੱਤਾ? ਕਿਉਂ ਨਹੀਂ ਸਾਨੂੰ ਬੰਦੇ ਫੜ ਕੇ ਦਿੱਤੇ? ਕਿਉਂਕਿ ਆਪ ਵਿੱਚ ਇਨਵੋਲਵਡ ਸੀਗੇ ਜੀ, ਇਹ ਤਾਂ ਹੀ ਇਹਨਾਂ ਨੇ ਢਿੱਲ ਕਰੀ ਹੈ ਜੀ ਸਾਰਾ ਕੁਛ। ਅਤੇ ਅੱਜ ਇਹ ਬੋਲਦੇ ਸਾਡੇ 'ਤੇ ਝੂਠੇ ਇਲਜ਼ਾਮ ਲੱਗਦੇ ਆ ਜੀ। ਠੀਕ ਹੈ। ਅਤੇ ਤੁਸੀਂ ਹੁਣ ਆਪਣਾ ਡੇਰਾ ਜੱਦੀ ਘਰ ਟੌਹੜੇ ਪਿੰਡ ਇੱਥੇ ਲਾ ਲਿਆ, ਇੱਥੋਂ ਆਪਣੀ ਰਾਜਨੀਤੀ ਕਰੋਗੇ ਆਉਣ ਵਾਲੇ ਦਿਨਾਂ 'ਚ ਕਿ ਪਟਿਆਲੇ 'ਚ ਹੀ, ਜਿੱਥੇ ਤੁਹਾਡਾ ਵੈਸੇ ਘਰ ਹੈਗਾ ਸ਼ਹਿਰ 'ਚ? ਮੈਂ ਖੁਦ ਇੱਥੇ ਖੇਤੀ ਕਰਦਾ ਜੀ, ਅਤੇ ਮੇਰੇ ਤਾਂ ਬਹੁਤ ਮਨ ਦੀ ਪੁਰਾਣੇ ਬਹੁਤ ਸਾਲਾਂ ਦੀ ਗੱਲ ਸੀ ਕਿ ਮੈਂ ਇੱਥੇ ਜਾ ਕੇ ਰਵਾਂ ਅਤੇ ਇੱਥੋਂ ਸਾਰਾ ਕੁਛ ਐਨਲਾਈਜ਼ ਕਰਾਂ ਕਿ ਸਭ ਕੁਛ ਕਿਵੇਂ ਉਹਨਾਂ ਨੂੰ ਮਿਲਦੇ ਸੀ, ਕਿੰਨੇ ਪਿਆਰ ਨਾਲ ਮਿਲਦੇ ਸੀ, ਉਹ ਕਿਵੇਂ ਮਿਲਦੇ ਸੀ। ਅਤੇ ਮੇਰੀ ਵੀ ਕੋਸ਼ਿਸ਼ ਇਹੀ ਰਹੂਗੀ ਕਿ ਬਹੁਤ ਜਲਦੀ ਮੈਂ ਇਸ ਘਰ ਨੂੰ ਦੁਬਾਰਾ, ਇਸ ਘਰ ਦੇ ਦੁਆਰ ਖੋਲ੍ਹਾਂ ਅਤੇ ਇੱਥੇ ਰਵਾਂ ਅਤੇ ਲੋਕਾਂ ਨੂੰ ਮਿਲਾਂ, ਲੋਕਾਂ 'ਚ ਵਿਚਰਾਂ, ਲੋਕਾਂ ਦੀਆਂ ਸੁਣਾਂ ਅਤੇ ਲੋਕਾਂ ਵਾਂਗ ਉਹਨਾਂ ਦਾ ਹੀ ਹਰਮਨ ਪਿਆਰਾ ਬਣ ਕੇ, ਹੁਣ ਜਿਵੇਂ ਉਹ ਕਹਿਣਗੇ ਆਪਾਂ ਉਵੇਂ ਚੱਲੀਏ ਜੀ। ਫਾਦਰ ਨੇ ਕੋਈ ਸਲਾਹ ਦਿੱਤੀ ਸਿਆਸਤ 'ਚ ਆਉਣ ਤੋਂ ਪਹਿਲਾਂ, ਜਾਂ ਸਿਆਸਤ ਕਿਵੇਂ ਦੀ ਕਰਨੀ ਹੈ? ਬਿਲਕੁਲ, ਉਹਨਾਂ ਨੇ ਮੈਨੂੰ ਇੱਕ ਗੱਲ ਹਮੇਸ਼ਾ ਇਹ ਕਹੀ ਹੈ ਕਿ ਬੇਟੇ ਜੋ ਕਰਨਾ ਹੈ ਇਮਾਨਦਾਰੀ ਨਾਲ ਕਰਨਾ ਹੈ ਅਤੇ ਸੱਚ ਨੂੰ ਨਾਲ ਲੈ ਕੇ ਚੱਲਣਾ ਹੈ। ਅਤੇ ਮੈਂ ਵਾਕਈ ਟੌਹੜਾ ਸਾਹਿਬ ਦੀ ਇਹੀ ਸੋਚ ਰਹੀ ਹੈ ਜੀ ਕਿ ਸੱਚ ਅਤੇ ਇਮਾਨਦਾਰੀ ਅਤੇ ਪੰਥ ਅਤੇ ਆਪਣਾ ਰਾਸ਼ਟਰਵਾਦ ਨੂੰ
ਸਟੇਟ ਨੂੰ, ਪੰਜਾਬੀਆਂ ਨੂੰ, ਉਹਨਾਂ ਦੀ ਸੋਚ ਨੂੰ ਉਹਨਾਂ ਨਾਲ ਲੈ ਕੇ ਆਪਾਂ ਚੱਲਣਾ ਹੈ। ਤੁਸੀਂ ਕਦੋਂ ਮਨ ਬਣਾਇਆ ਵੀ ਮੈਂ ਰਾਜਨੀਤੀ 'ਚ ਆਉਣਾ ਹੈਗਾ? ਸਦ ਕਿੱਧਰ ਨੂੰ ਜਾ ਰਹੀ ਹੈ ਪੰਜਾਬ ਦੀ? ਕਾਂਗਰਸ ਹੈ, ਭਾਜਪਾ ਦਾ ਆਪਣਾ ਗੱਠਜੋੜ ਕੀਤਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਤੇ ਪੰਜਾਬ ਲੋਕ ਕਾਂਗਰਸ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ, ਤੀਜੇ ਪਾਸੇ ਆਮ ਆਦਮੀ ਪਾਰਟੀ ਹੈ ਤੇ ਇੱਕ ਨਵਾਂ ਪਾਰਟੀ ਵੀ ਬਣੀ ਹੈ ਸੰਯੁਕਤ ਸਮਾਜ ਮੋਰਚਾ ਕਿਸਾਨਾਂ ਦੀ। ਤਾਂ ਤੁਹਾਨੂੰ ਕਿਵੇਂ ਲੱਗਦਾ, ਕੀ ਐਨਾਲਿਸਿਸ ਕਰ ਰਹੇ ਹੋ ਤੁਸੀਂ ਵੀ ਕਿਹਦੇ ਸਰਕਾਰ ਬਣ ਜਾ ਰਹੀ ਹੈ ਜਾਂ ਕੌਣ ਤੁਹਾਡੇ ਮੁੱਖ ਮੁਕਾਬਲੇ 'ਚ ਹੈ? ਨਹੀਂ, ਸਰਕਾਰ ਤਾਂ ਜੀ ਦੇਖੋ ਲੋਕ ਸਾਨੂੰ ਬਹੁਤ ਅਸੈਪਟ ਕਰ ਰਹੇ ਨੇ, ਭਾਜਪਾ ਨੂੰ ਬਹੁਤ ਅਸੈਪਟ ਕਰ ਰਹੇ ਨੇ। ਡੇ ਬਾਏ ਡੇ ਕਿੰਨੀਆਂ ਜੁਆਇਨਿੰਗਸ ਹੋ ਰਹੀਆਂ ਨੇ। ਸਰਕਾਰ ਤਾਂ ਭਾਜਪਾ ਦੀ ਹੀ ਬਣੂਗੀ ਜੀ। ਤੇ ਰਹੀ ਗੱਲ ਕਾਂਗਰਸ ਦੀ, ਕਾਂਗਰਸ 'ਚ ਦੇਖੋ ਜੀ ਜਿਹੜਾ ਉਹਨਾਂ ਨੇ ਪ੍ਰਧਾਨ ਬਣਾਇਆ ਨਵਜੋਤ ਸਿੰਘ ਸਿੱਧੂ ਨੂੰ, ਉਹ ਇੱਕ ਫੇਲ ਬੰਦਾ ਮੈਂ ਉਹਨੂੰ ਕਾਊਂਟ ਕਰਦਾ ਜੀ। ਜਿਹੜਾ ਬੰਦਾ ਆਪਣੇ ਰੋਲ ਮਾਡਲ ਆਪਣੇ ਗੁਰੂ ਦਾ ਨਹੀਂ ਹੋ ਸਕਦਾ ਜੀ। ਉਹਨਾਂ ਦੇ ਸਿਆਸਤ ਦੇ ਗੁਰੂ ਰਹੇ ਸ਼੍ਰੀ ਅਰੁਣ ਜੇਟਲੀ ਜੀ। ਉਹਨਾਂ ਲਈ ਉਹਨਾਂ ਨੂੰ ਸੀਟ ਛੱਡਣੀ ਪੈ ਗਈ ਸੀ, ਕਿੱਡੀ ਗੱਲ ਸੀ ਜੀ। ਇੱਕ ਦਿਨ ਵੀ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਜਾ ਕੇ ਅਰੁਣ ਜੇਟਲੀ ਜੀ ਉੱਥੇ ਕਨਵੈਸਿੰਗ ਨਹੀਂ ਕੀਤੀ ਜੀ। ਉਹਦੇ ਬਾਅਦ ਉਹ ਹਾਰੇ ਜੀ। ਇਹ ਉੱਥੇ ਜਿੱਤਦੇ ਰਹੇ ਤੇ ਅਰੁਣ ਜੇਟਲੀ ਜੀ ਉੱਥੇ ਹਾਰੇ। ਕੀ ਗੱਲ, ਤੁਸੀਂ ਜਿਹੜੇ ਬੰਦੇ ਨੇ ਤੁਹਾਨੂੰ ਸਿਆਸਤ ਦੇ ਵਿੱਚ ਲਿਆਇਆ, ਤੁਸੀਂ ਇੱਕ ਦਿਨ ਵੀ ਉਹਦੇ ਲਈ ਕਨਵੈਸਿੰਗ ਨਹੀਂ ਕਰ ਸਕਦੇ ਸੀ? ਤੁਹਾਡੀ ਈਗੋ ਏਡੀ ਵੱਡੀ ਹੋ ਜਾਂਦੀ ਆ ਪਾਰਟੀ ਦੇ ਮੂਹਰੇ, ਆਪਦੇ ਗੁਰੂ ਦੇ ਮੂਹਰੇ, ਕਿ ਤੁਸੀਂ ਉਹਨਾਂ ਦੇ ਜਾ ਕੇ ਉੱਥੇ ਕਨਵੈਸਿੰਗ ਨਾ ਕਰੋ। ਤੇ ਉਹ ਤੋਂ ਬਾਅਦ ਵੀ ਭਾਜਪਾ ਨੇ ਇਹਨਾਂ ਨੂੰ ਰਾਜ ਸਭਾ ਕੋਆਪਟ ਕੀਤਾ ਤੇ ਇਹਨਾਂ ਦੀ ਜਿਹੜੀ ਸੋਚ ਆ, ਬਸ ਮੈਂ ਭਗਵੰਤ ਸਿੰਘ ਦਾ ਮੁੰਡਾ, ਮੈਂ ਜੇ ਮੈਨੂੰ ਐਂ ਹੋ ਜੇ ਮੈਂ ਐਂ ਕਰ ਦੂੰਗਾ, ਮੈਂ ਐਂ ਕਰ ਦੂੰਗਾ। ਚੰਨੀ ਬੀਂਗ ਸੀਐਮ ਕੁਛ ਅਨਾਊਂਸ ਕਰਦਾ ਤੇ ਇਹ ਕੁਛ ਅਨਾਊਂਸ ਕਰਦੇ ਨੇ ਕਿ ਇਹਨਾਂ ਦੀ ਈਗੋ ਏਡੀ ਵੱਡੀ ਹੋ ਜਾਂਦੀ ਹੈ ਕਿ ਹਰ ਗੱਲ ਇਹ ਕਹਿੰਦੇ ਨੇ ਜੇ ਮੈਂ ਹੁੰਦਾ ਮੈਂ ਐਂ ਕਰ ਦਿੰਦਾ, ਜੇ ਮੈਂ ਹੁੰਦਾ ਤਾਂ ਮੈਂ ਐਂ ਕਰ ਦਿੰਦਾ। ਤੇ ਮੇਰੇ ਹਿਸਾਬ ਨਾਲ ਤਾਂ ਕਾਂਗਰਸ ਦਾ ਕੁਝ ਵੀ ਨਹੀਂ ਹੋ ਸਕਦਾ ਜੀ। ਤੇ ਜਿੰਨੇ ਜੀ ਉੱਥੇ ਇੱਕ ਦੋ ਬੰਦੇ ਹੈਗੇ ਵੀ ਨੇ ਤੇ ਉਹਨਾਂ ਨੂੰ ਇਹਨਾਂ ਨੇ ਮੂਹਰੇ ਨਹੀਂ ਆਉਣ ਦੇਣਾ, ਤੇ ਬਾਕੀਆਂ ਨੇ ਡਰਦੇ ਮਾਰੇ ਇਹਨਾਂ ਨੂੰ ਮੂਹਰੇ ਨਹੀਂ ਆਉਣ ਦੇਣਾ ਕਿ ਇਹ ਸਾਨੂੰ ਬਰਬਾਦ ਕਰ ਦੂਗਾ। ਤਾਂ ਕਾਂਗਰਸ ਦਾ ਤਾਂ ਬਹੁਤ ਬੁਰਾ ਹਾਲ ਹੋਣ ਵਾਲਾ ਜੀ। ਬਾਕੀ ਜਿਹੜੇ ਦੋ ਪਾਰਟੀਆਂ, ਆਮ ਆਦਮੀ ਪਾਰਟੀ ਦੇ ਕਈ ਸਰਵੇ ਆਏ ਆ ਜਿਹੜੇ ਕੀਤੇ ਗਏ, ਉਹਦੇ 'ਚ ਤਾਂ ਉਹਨਾਂ ਨੂੰ ਬਹੁਮਤ ਮਿਲਦੀ ਦਿਖ ਰਹੀ ਹੈ ਜਾਂ ਸਿੰਗਲ ਲਾਰਜੈਸਟ ਪਾਰਟੀ ਉਹ ਆ ਰਹੇ ਨੇ। ਤੇ ਅਰਵਿੰਦ ਕੇਜਰੀਵਾਲ ਕੱਲ੍ਹ ਐਲਾਨ ਵੀ ਕਰਕੇ ਗਏ ਨੇ ਵੀ ਪੰਜਾਬ ਦੇ ਲੋਕ ਹੀ ਦੱਸਣਗੇ ਮੁੱਖ ਮੰਤਰੀ ਕੌਣ ਹੋਊਗਾ। ਦੇਖੋ ਬਾਈ ਜੀ, ਸਰਵੇ ਦਾ ਆਪਾਂ ਕੁਝ ਨਹੀਂ ਕਹਿ ਸਕਦੇ। ਪਿਛਲੀ ਵਾਰ ਵੀ ਜਿਹੜਾ ਸਰਵੇ ਸੀ 100+ ਸੀਟਾਂ ਆ ਰਹੀਆਂ ਸੀ ਜੀ ਇਹਨਾਂ ਨੂੰ, ਤੇ ਰਹਿ ਗਏ 20 ਤੇ। ਤਾਂ ਮੈਂ ਸਰਵੇ ਤੇ ਬਿਲੀਵ ਨਹੀਂ ਕਰਦਾ। ਤੇ ਜਿਹੜੇ ਲੋਕ ਨੇ ਉਹ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਸੋਚ ਆ ਉਹ ਇਹ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਸੀਐਮ ਬਣਨਾ ਚਾਹੁੰਦਾ। ਤਾਂ ਹੀ ਕਦੇ ਸੀਐਮ, ਪਿਛਲੀ ਵਾਰ ਵੀ ਇਹਨਾਂ ਨੇ ਸੀਐਮ ਫੇਸ ਅਨਾਊਂਸ ਨਹੀਂ ਕਰਤਾ ਤੇ ਹੁਣ ਵੀ ਉਹਨਾਂ ਨੇ ਇਹੀ ਕਰਿਆ। ਤੇ ਆਹ ਹੁਣ ਪਿੱਛੇ ਜੇ ਉਹਨਾਂ ਨੇ ਕਹਿਤਾ ਕਿ ਤੁਸੀਂ ਮਿਸ ਕਾਲ ਮਾਰੋ ਤੇ ਅਸੀਂ ਭਗਵੰਤ ਮਾਨ ਨੂੰ ਜੇ ਤੁਸੀਂ ਅਸੈਪਟ ਕਰੋਗੇ, ਤੇ ਹੁਣ ਉਹਨਾਂ ਦੇ ਹੀ ਬੰਦੇ ਬੈਠੇ ਉੱਥੇ ਫੋਨ ਮਾਰੀ ਜਾਂਦੇ ਆ, ਪਤਾ ਨਹੀਂ ਕੀ ਕਰੀ ਜਾਂਦੇ, ਮੇਰੇ ਤਾਂ ਸਮਝ ਤੋਂ ਬਾਹਰ ਹੈ। ਤੇ ਬਣਨਾ ਉਹਨਾਂ ਨੇ ਹੀ ਸੀਐਮ ਹੈ, ਇੱਛਾ ਉਹਨਾਂ ਦੀ ਹੈ ਕਿ ਮੈਂ ਹੀ ਸੀਐਮ ਬਣਾ ਕੇ। ਤੇ ਲੋਕ ਇਹ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਬਾਈ ਜੀ, ਇਹ ਬੜੀਆਂ ਗੰਦੀਆਂ ਚਾਲਾਂ ਨੇ। ਕੋਈ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ, ਤੁਸੀਂ ਸਿੱਧੀ ਗੱਲ ਕਰੋ ਤੇ ਲੋਕ ਨਹੀਂ ਇਹਨਾਂ ਪਿੱਛੇ ਲੱਗਣ ਲੱਗੇ। ਸਮਾਜ ਮੋਰਚਾ ਸੋ ਉਹ ਬਹੁਤ ਗਲਤ ਫੈਸਲਾ ਲਿਆ ਜੀ ਕਿਸਾਨਾਂ ਨੇ। ਜੇ ਉਹ ਕਿਸਾਨ ਉੱਥੇ ਜਾ ਕੇ ਬੈਠੇ ਤਾਂ ਤੁਸੀਂ ਮੀਡੀਆ ਤੁਹਾਨੂੰ ਉੱਥੇ ਕਹਿੰਦਾ ਰਿਹਾ ਕਿ ਇਹ ਆਪਦੀ ਸਿਆਸਤ ਚਮਕਾਉਣ ਲਈ ਉਰੇ ਆਏ ਨੇ, ਤੇ ਉਹ ਬਾਕੀ ਹੁਣ ਇਹਨਾਂ ਨੇ ਗੱਲ ਸੱਚੀ ਕਰਤੀ। ਇੱਥੇ ਆ ਕੇ ਤੁਸੀਂ ਪਾਰਟੀ ਬਣਾਤੀ, ਇਟ ਮੀਨ ਤੁਸੀਂ ਉਹਨਾਂ ਨੂੰ ਸਹੀ ਪ੍ਰੂਵ ਕਰਤਾ ਕਿ ਇਹ ਵਾਕਈ ਪੋਲੀਟਿਕਸ ਕਰਨਾ ਚਾਹੁੰਦੇ ਸੀ। ਇਹ ਬਹੁਤ ਗਲਤ ਫੈਸਲਾ ਲਿਆ ਜੀ ਇਹਨਾਂ ਨੇ। ਤੇ ਇਹ ਗੱਲ ਜਿਹੜੀ ਅੱਜ ਕੱਲ੍ਹ ਬੜੀ ਭਾਰੀ ਚੱਲ ਰਹੀ ਹੈ, ਕਿਹਾ ਜਾ ਰਿਹਾ ਥੋੜ੍ਹਾ ਉਹਦਾ ਰੇੜਕਾ ਪੰਜਾਬ ਲੋਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਭਾਜਪਾ ਵਿੱਚ ਵੀ ਹੋ ਰਿਹਾ ਸੀਟਾਂ ਨੂੰ ਲੈ ਕੇ। ਤਾਂ ਤੁਹਾਨੂੰ ਕੀ ਲੱਗਦਾ ਹੈ ਵੀ ਕਿਸ ਆਧਾਰ ਤੇ ਕਿਵੇਂ ਸੀਟਾਂ ਵੰਡਣੀਆਂ ਚਾਹੀਦੀਆਂ? ਜਿਹੜਾ ਥੋੜਾ ਤਿੰਨਾਂ ਦਾ ਅਲਾਇੰਸ ਹੋਇਆ, ਕਿਉਂਕਿ ਬਹੁਤ ਸਾਰੇ ਲੋਕ ਜਿਵੇਂ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਿਹਾ ਮੈਨੂੰ ਸ਼ਹਿਰੀ ਸੀਟਾਂ, ਜਿਹੜੇ ਸ਼ਹਿਰ ਦੀਆਂ ਸੀਟਾਂ ਉਹ ਮੈਨੂੰ ਦਿੱਤੀਆਂ ਜਾਣ, ਖਾਸ ਕਰਕੇ ਪਟਿਆਲਾ, ਕਿਉਂਕਿ ਉੱਥੇ ਬੀਜੇਪੀ ਦਾ ਆਧਾਰ ਜ਼ਿਆਦਾ, ਤਾਂ ਸ਼ਹਿਰੀ ਵੋਟ ਬੀਜੇਪੀ ਨੂੰ ਭੁਗਤੂ। ਮੇਰੇ ਹਿਸਾਬ ਨਾਲ ਜਿਹੜੀ ਸੀਟਾਂ ਦੀ ਵੰਡ ਹੈ ਜੀ, ਉਹ ਜਿਹੜੇ ਜਿਨ੍ਹਾਂ ਕੋਲ ਵਧੀਆ ਲੀਡਰ ਹੈਗੇ, ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਆ, ਆਪਸ 'ਚ ਬਹਿ ਕੇ ਇਹਨਾਂ ਨੂੰ ਡਿਸਾਈਡ ਕਰ ਲੈਣਾ ਚਾਹੀਦਾ ਹੂਜ਼ ਦਾ ਵਿਨਿੰਗ। ਦੇਖੋ ਜੇ ਕੋਈ ਜਿੱਤੂਗਾ ਤਾਂ ਹੀ ਸਰਕਾਰ ਬਣੂਗੀ ਜੀ, ਕਿ ਇਹ ਮੈਨੂੰ ਇੰਨੀਆਂ ਦੇ ਦਿਓ, ਮੈਨੂੰ ਇੰਨੀਆਂ ਦੇ ਦਿਓ, ਜਾਂ ਅਸੀਂ ਇੰਨੀਆਂ ਰੱਖਣੀਆਂ, ਉਹਦਾ ਕੋਈ ਫਾਇਦਾ ਨਹੀਂ ਜੀ। ਬੈਟਰ ਇਹੀ ਹੈ ਕਿ ਵਿਨਿੰਗ ਕੈਂਡੀਡੇਟ ਕੌਣ ਆ ਉਹਨੂੰ ਰਲ ਮਿਲ ਕੇ ਸੀਟ ਦਿੱਤੀ ਜਾਵੇ ਜੀ। ਜੇ ਸੀਟਾਂ ਘੱਟ ਮਿਲਦੀਆਂ ਕਿਸੇ ਵੀ ਪਾਰਟੀ ਨੂੰ, ਉਹਨਾਂ ਨੂੰ ਲੱਗਦਾ ਉਹਨਾਂ ਦੀ ਸੇਹ ਘੱਟ ਹੋ ਗਈ ਅਲਾਇੰਸ, ਕੱਲ੍ਹ ਨੂੰ ਉਹ ਜੇ ਕਿਸੇ ਚੀਜ਼ ਤੇ ਪ੍ਰੈਸ਼ਰ ਵੀ ਪਾਉਣਾ ਚਾਹੁੰਦੇ ਆ ਜਾਂ ਕੋਈ ਕੰਮ ਕਰਵਾਉਣਾ ਚਾਹੁੰਦੇ ਆ, ਉਹ ਨਹੀਂ ਹੋਣਾ ਗਾ।
ਨਹੀਂ ਐਦਾਂ ਦਾ ਬਾਈ ਜੀ ਕੋਈ ਗੱਲ ਨਹੀਂ ਹੁੰਦੀ। ਜਿਹੜਾ ਸਹੀ ਕੰਮ ਹੁੰਦਾ ਉਹ ਤਾਂ ਸਾਰੇ ਰਲ ਮਿਲ ਕੇ ਕਰਦੇ ਹੀ ਨੇ ਜੀ। ਕੋਈ ਸੀਟਾਂ ਤਾਂ ਨਹੀਂ ਡਿਸਾਈਡ ਕਰਦੀਆਂ ਕਿ ਆਹ ਕੰਮ ਹੋਣਾ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ। ਜਿਹੜਾ ਸਹੀ ਕੰਮ ਆ ਉਹ ਹਮੇਸ਼ਾ ਹੀ ਹੁੰਦਾ ਜੀ, ਚਾਹੇ ਉਹ ਬੰਦਾ ਇੱਕ ਕਿਉਂ ਨਾ ਹੋਵੇ, ਕੰਮ ਹੁੰਦਾ ਹੀ ਹੁੰਦਾ ਜੀ। ਇੱਕ ਆਖਰੀ ਸਵਾਲ, ਅੱਜ ਤੁਸੀਂ ਇੱਥੇ ਹੋ, ਤੁਸੀਂ ਕਹਿ ਰਹੇ ਹੋ ਵੀ ਇੱਥੇ ਟੌੜੇ ਪਿੰਡੀ ਮੈਂ ਡੇਰੇ ਲਾਉਣੇ ਆ, ਪਿੰਡ ਵਾਲਿਆਂ ਵੱਲੋਂ ਕੀ ਹੁੰਗਾਰਾ ਮਿਲ ਰਿਹਾ, ਪਿੰਡ ਵਾਲੇ ਕੀ ਕਹਿ ਰਹੇ ਨੇ? ਜਿੱਥੇ ਟੌੜਾ ਸਾਹਿਬ ਨੂੰ ਸਾਰੇ ਮਿਲਦੇ ਸੀ, ਯਾਦਾਂ ਨੇ, ਮੈਮਰੀਜ਼ ਨੇ, ਤਾਂ ਪਿੰਡ ਵਾਲੇ ਆ ਕੇ ਕੀ ਕਹਿ ਰਹੇ? ਟੌੜਾ ਸਾਹਿਬ ਦੇ ਦੇਖੋ ਜੀ, ਪਿੰਡ ਦੇ ਵਿੱਚ ਪਿੰਡ ਵਾਲੇ ਵੀ ਬਹੁਤ ਚਾਹੁੰਦੇ ਸੀ ਕਿ ਕੋਈ ਦੇਖੋ ਜਿਵੇਂ ਹੁਣ ਉਹਨਾਂ ਨੇ ਉਰੇ ਮੰਤਰੀਆਂ ਦੀਆਂ, ਐਮਪੀਆਂ ਦੀਆਂ, ਵਜ਼ੀਰਾਂ ਦੀਆਂ ਗੱਡੀਆਂ ਟੌੜਾ ਸਾਹਿਬ ਲਈ ਖੜਦੇ ਦੇਖਦੇ ਰਹੇ ਨੇ ਕਿ ਕੋਈ ਮੰਤਰੀ ਮਿਲਣ ਆ ਰਿਹਾ ਜੀ, ਕੋਈ ਐਮਐਲਏ ਮਿਲਣ ਆ ਰਿਹਾ, ਕੋਈ ਐਮਪੀ ਮਿਲਣ ਆ ਰਿਹਾ। ਤਾਂ ਉਹ ਬਹੁਤ ਖੁਸ਼ ਨੇ ਕਿ ਜੇ ਇਸ ਪਿੰਡ ਦਾ ਇੱਕ ਬੱਚਾ ਦੁਬਾਰਾ ਉਸ ਲੀਹ 'ਤੇ ਤੁਰ ਰਿਹਾ, ਤਾਂ ਸਾਰੇ ਮੈਨੂੰ ਬਹੁਤ ਇਸ ਗੱਲ 'ਚ ਵਧਾਈ ਵੀ ਦੇ ਰਹੇ ਨੇ, ਤੇ ਮੇਰੇ ਨਾਲ ਵੀ ਨੇ, ਤੇ ਮੇਰੇ ਨਾਲ ਵੀ ਚੱਲਣਗੇ ਜੀ। ਤਾਂ ਕੰਵਰਵੀਰ ਜੀ ਸਿਆਸਤ 'ਚ ਆ ਚੁੱਕੇ ਨੇ, ਕੁੱਦ ਚੁੱਕੇ ਨੇ, ਕਹਿ ਰਹੇ ਨੇ ਵੀ ਮੈਂ ਟੌੜਾ ਸਾਹਿਬ ਦੀ ਜਿਹੜੀ ਲੈਗੇਸੀ ਹੈ ਉਹਨੂੰ ਅੱਗੇ ਵਧਾਊਂਗਾ। ਜੋ ਵੀ ਉਹਨਾਂ ਦੀਆਂ ਨੀਤੀਆਂ ਸੀ ਜਾਂ ਉਹਨਾਂ ਦੀ ਇੱਕ ਤਰ੍ਹਾਂ ਦੀ ਸੋਚ ਸੀ ਉਹਨੂੰ ਅੱਗੇ ਲੈ ਕੇ ਜਾਣਗੇ। ਜਿੱਥੇ ਤੱਕ ਭਾਜਪਾ ਪੰਥਕ ਮੁੱਦਿਆਂ ਨੂੰ ਕਿਵੇਂ ਸੁਲਝਾਊਗੀ, ਉਹਦੇ 'ਚ ਉਹਨਾਂ ਨੇ ਕਿਹਾ ਵੀ ਭਾਜਪਾ ਇਸ ਗੱਲ 'ਤੇ ਬੜੀ ਓਪਨ ਹੈ, ਖੁੱਲ੍ਹ ਹੈ। ਅਸੀਂ ਸਾਰੀ ਜਿਹੜੀ ਗੱਲਾਂ ਉਹਨਾਂ ਦੇ ਅੱਗੇ ਰੱਖਾਂਗੇ। ਜੇ ਨਹੀਂ ਗੱਲ ਬਣਦੀ ਤਾਂ ਅਗਲੀ ਕਾਰਵਾਈ ਉਹ ਉਸ ਤੋਂ ਬਾਅਦ ਹੀ ਸੋਚਣਗੇ। ਟੌੜੇ ਪਿੰਡ ਤੋਂ ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ TV।